ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਐਪੀ ਸਚ ਨਾਨਕ ਹੋਸੀ ਭੀ ਸਚ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ ਸਾਰੇ ਬੋਲਿਆ ਕਰੋ ਲੇਖੇ ਭਾਈ। ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ। ਲੇਖੇ 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 ਤੁਮਾਰੇ। ਲੇਖੇ ਜਨਮ ਤੁਮਾਰੇ। ਜਨਮ ਤੁਮਾਰੇ। ਲੇਖੇ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ 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 ਜਨਮ ਤੁਮਾਰੇ। ਲੇਖੇ ਜਨਮ ਤੁਮਾਰੇ। ਲੇਖੇ ਲੇਖੇ ਵਿੱਚ ਲਾ ਲੋ ਜੀ हम सर दीन दयाल तुम सर आप त्यार क्या कीजै। बचनी तोर मोर मन मानै जन को पूर्ण दीजै। औ बल बल जाओ रमैया कारने कारण कवन अबोल बहुत जन्म बिछरे थे माधो। ਇਹ ਜਨਮ ਤੁਮਾਰੇ। ਲੇਖੇ ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਚਿਰ ਹੋ ਗਿਆ ਦਰਸ਼ਨ ਦੇਖੇ ਨੋ। ਚਿਰ ਹੋ ਗਿਆ ਦਰਸ਼ਨ ਦੇਖੇ ਨੋ। ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਚਿਰ ਹੋ ਗਿਆ ਦਰਸ਼ਨ ਦੇਖੇ ਨੂੰ।
ਆਸਾਂ ਲਗ ਲਗ ਜੀਵਾਂ ਚਿਰ ਹੋ ਗਿਆ ਦਰਸ਼ਨ, ਚਿਰ ਹੋ ਗਿਆ ਦਰਸ਼ਨ ਦੇਖੇ ਨੋ। ਆਸਾਂ ਲਗ ਲਗ ਜੀਵਾਂ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਆਸਾਂ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਸਾਡੀ ਆਸਾਂ ਲਗ ਲਗ ਜੀਵਾਂ ਚਿਰ ਹੋ ਗਿਆ ਦਰਸ਼ਨ, ਚਿਰ ਹੋ ਗਿਆ ਦਰਸ਼ਨ ਦੇਖੇ ਨੋ। ਆਸਾਂ ਲਗ ਲਗ ਜੀਵਾਂ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਆਸਾਂ ਲਗ ਲਗ ਜੀ ਚਿਰ ਹੋ ਗਿਆ ਦਰਸ਼ਨ ਦੇਖੇ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਆਸ ਆਸਾਂ ਬਾਹਰਾ ਮੂੰਹ ਮਨ ਵੱਡੀ ਆਸ, ਆਸ ਨਿਰਾਸਾ ਹਿਕ ਤੁਮ ਹੋ ਬਲ 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 ਗਈ ਆਸ। ਬਹੁਤ ਜਨਮ ਵਿਛਰੇ ਤੇ ਮਾਧੋ, ਕਈ ਜਨਮ ਪੈ ਕੀਟ ਪਤੰਗਾ। ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਮੁਬਾਰਕ ਚਰਨਾਂ ਦੇ ਵਿੱਚ, ਸੋਹਣੇ ਚਰਨਾਂ ਦੇ ਵਿੱਚ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ ਔਰ ਜਿੱਥੇ ਜਮਾਂ ਦਾ ਵੀ ਡਰ ਨਹੀਂ ਹੈ। ਰੱਬ ਕੇ ਸੁਤ ਕੋ ਤਿਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ। ਧਰਮ ਰਾਜੇ ਦੇ ਪੁੱਤਰ, ਸੂਰਜ ਦਾ ਪੁੱਤਰ ਧਰਮ ਰਾਜੇ ਦਾ ਵੀ ਡਰ ਨਹੀਂ ਰਹਿੰਦਾ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਚਰਨਾਂ ਨਾਲ ਮਨ ਨੂੰ ਜੋੜ ਦਿੰਦੇ ਨੇ, ਬਹੁਤ ਵੱਡੇ ਭਾਗ ਹਨ ਜੋ ਆਪਾਂ ਨੂੰ ਹਰ ਸਾਲ ਦੀ ਤਰ੍ਹਾਂ ਕਿੰਨੇ ਹੀ ਸਮੇਂ ਤੋਂ, ਸੰਗਰਾਂਦ ਤੋਂ, ਮਾਘ ਦੀ ਸੰਗਰਾਂਦ ਤੋਂ ਗੁਰੂ ਚਰਨਾਂ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੋਟਾਨ ਕੋਟ ਸ਼ੁਕਰ ਹੈ ਗੁਰੂ ਬਾਬੇ ਦਾ, ਜਿਨ੍ਹਾਂ ਨੇ ਨਿਮਾਣਿਆਂ ਨੂੰ ਮਾਣ ਬਖਸ਼ਿਆ। ਅਮਰੁਲ ਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਦਾ ਜਨਮ ਦਿਹਾੜਾ ਦੁਨੀਆ ਦੇ ਕੋਨੇ ਕੋਨੇ ਦੇ ਉੱਪਰ ਮਨਾਇਆ ਜਾ ਰਿਹਾ ਹੈ। ਬੇਨਤੀ ਕਰਨੀ ਸਿਖਾ ਰਹੇ ਨੇ ਮਹਾਰਾਜ ਜੀ। ਬੜਾ ਸਮਾਂ ਹੋ ਗਿਆ ਹੈ, ਕਿੰਨੇ ਹੀ ਜਨਮ ਹੋ ਗਏ ਨੇ ਵਿਛੜਿਆ ਹੋਇਆਂ ਨੂੰ। ਜਿਹਨੂੰ ਸਾਹਿਬ ਇਉਂ ਵੀ ਕਥਨ ਕਰਦੇ ਆ, ਕਈ ਜਨਮ ਪਏ ਕੀਟ ਪਤੰਗਾ। ਇਹੋ ਜਿਹੀਆਂ ਦੁਨੀਆਂ ਵਿੱਚੋਂ ਫਿਰਦੇ ਆਏ ਆ। ਆਪਣੇ ਆਪ 'ਤੇ ਹੀ ਤਰਸ ਕਰਨਾ ਹੈ। ਹੁਣ ਸਮਾਂ ਹੈ ਮਿਲ ਜਗਦੀਸ਼ ਮਿਲਨ ਕੀ ਬਰੀਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਕੀੜਿਆਂ ਪਤੰਗਿਆਂ ਦੀ ਜੂਨੀ ਵਿੱਚੋਂ, ਹਾਥੀਆਂ ਦੀ, ਮੱਛੀਆਂ ਦੀ ਜੂਨੀ ਵਿੱਚੋਂ, ਹਿਰਨਾਂ ਦੀ ਜੂਨੀ ਵਿੱਚੋਂ ਫਿਰਦੇ ਤੁਰਦੇ ਆਏ ਆ। ਕਈ ਜਨਮ ਪੰਖੀ ਸਰਪ ਹੋਇਓ, ਪੰਖੀਆਂ ਦੀਆਂ ਜੂਨੀਆਂ ਵਿੱਚੋਂ। ਕੀਤੇ ਨਾਗ ਕੁਲੀ ਮੈਂ ਆਏ, ਨਾਗਾਂ ਦੀਆਂ ਬੜੀਆਂ ਕੁੱਲਾਂ ਹਨ। ਨਿਕਲਦਾ ਬਾਹਰ ਡਲੇ ਮਾਰ ਕੇ ਅਧਮੋਇਆ ਕਰ ਦਿੰਦੇ ਆ। ਕੀੜੇ ਚਿੰਬੜ ਜਾਂਦੇ ਨੇ, ਤੜਫੀ ਜਾਂਦਾ ਵਿਚਾਰਾ, ਤੜਫੀ ਜਾਂਦਾ ਦੁਖੀ। ਪਰ ਵਾਹਿਗੁਰੂ ਨੇ ਪੈਰ ਵੀ ਨਹੀਂ ਦਿੱਤੇ, ਢਿੱਡ ਭਰਨੇ ਰਗੜ ਕੇ ਤੁਰਦਾ ਹੈ। ਇਹਨਾਂ ਵਿੱਚੋਂ ਫਿਰਦੇ ਆਏ ਆ ਮਹਾਰਾਜ ਜੀ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਸੋਹਣੇ ਘੋੜਿਆਂ ਵਿੱਚੋਂ ਹੈਵਰ ਹੈ ਕਿ ਇਹ ਘੋੜੇ। ਬਿਰਖਾਂ ਨੂੰ ਜੂਨੀਆਂ ਵਿੱਚ ਮੰਨਿਆ ਹੈ। ਪੱਥਨ ਮੇਘਨ ਬਿਰਖਨ ਜੂਨੀ, ਕਹੀ ਹੁਤੀ ਸੋ ਕੁਤੋਂ ਨਾ ਹੋਣੀ। ਮਹਾਰਾਜ ਇਹਨਾਂ ਜੂਨੀਆਂ ਵਿੱਚੋਂ ਫਿਰਦੇ ਆਏ ਆ। ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ। ਮਹਾਰਾਜ ਜੀ ਤਰਲਾ ਹੈ, ਮਿਲੋ ਐਤਕੀ ਦੀ ਵਾਰ ਮਿਲੋ। ਅਬ ਕੀ ਵਾਰ ਬਖਸ਼ ਬੰਦੇ ਕੋ ਕਰ ਲਈਏ ਮਿੰਨਤਾਂ, ਤਰਲੇ ਕਰ ਲਈਏ। ਕਰ ਲੋ ਕਰੋ ਯਤਨ ਜੇ ਹੋਏ ਮਿਹਰਬਾਨਾ। ਉਹ ਤਾਂ ਸਦਾ ਹੀ ਮਿਹਰਬਾਨ ਨੇ। ਬਸ ਲੋੜ ਹੈ ਢਹਿਣ ਦੀ, ਹੋਏ ਨਿਮਾਣੀ ਢਹਿ ਪਈ। ਪੂਰੇ ਸਤਿਗੁਰ ਪਾਸ ਸਾਰੇ ਕਰੋ ਬੇਨਤੀਆਂ। ਸਾਧ ਸੰਗਤ ਯਤਨ ਕਰੀਏ, ਹੁਣ ਹੀ ਸਮਾਂ ਹੈ। ਕਰ ਲੋ ਯਤਨ ਜੇ ਹੋ ਜੇ ਮਿਹਰਬਾਨ, ਕਰ ਲੋ ਯਤਨ ਜੇ ਹੋ ਜੇ ਮਿਹਰਬਾਨ। ਕਰ ਲੋ
ਜਤਨ ਜੇ ਹੋ ਜੇ ਮਿਹਰਬਾਨ। ਕਰ ਲੋ ਜਤਨ ਜੇ ਹੋ ਜੇ ਮਿਹਰਬਾਨ। ਜੇ ਹੋ ਜੇ ਮਿਹਰਬਾਨ ਕਰ ਲੋ ਜਤਨ ਜੇ ਹੋ ਜੇ ਮਿਹਰਬਾਨ। 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 ਜਤਨ ਜੇ ਹੋ ਜੇ ਮਿਹਰਬਾਨ। ਕਰ ਲੋ ਜਤਨ ਜੇ ਹੋ ਜੇ ਮਿਹਰਬਾਨ। ਹੋ ਜੇ ਮਿਹਰਬਾਨ ਪਿਆਰਾ 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 ਹੋ ਜੇ ਮਿਹਰਬਾਨ। ਕਰ ਲੋ ਜਤਨ ਜੇ 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 ਹੋ ਜੇ ਮਿਹਰਬਾਨ। ਕਰ ਲੋ ਜਤਨ ਭੈਣਾਂ ਨੂੰ ਬੋਲਣ ਉਹ ਬੇਨਤੀ ਹੈ ਕਰੀ ਚੱਲੀਏ ਆਪਣੇ ਕੋਲ ਇਹੀ ਹੈ ਸਾਧ ਸੰਗਤ। ਕੇਸੋ ਕਬੀਰ ਕੇਸੋ ਕੂਕੀਏ ਨਾ ਸੋਈਐ ਆਸਾਰ। ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨਹਿ ਪੁਕਾਰ। ਕਰੋ ਜਤਨ ਜੇ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ। ਫਿਰਤ ਸੰਤਨ ਪੈ ਆਇਆ ਅਜ ਥੇ ਆਏ ਹਾਂ। ਦੁਖ ਭ੍ਰਮ ਹਮਾਰਾ ਸਗਲ ਮਟਾਇਆ। ਮਹਿਲ ਬੁਲਾਇਆ ਪਰਮ ਅੰਮ੍ਰਿਤ ਪੁੰਚਾ। ਕਹੋ ਨਾਨਕ ਮੇ ਪ੍ਰਭ ਮੇਰਾ ਉੱਚਾ। ਮਹਾਰਾਜ ਜੀ ਕਰ ਦੋ ਕਿਰਪਾ ਰਹਿਮਤ ਕਰ ਦੋ। ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਤੁਹਾਡੀ ਸ਼ਰਨ ਲਈਏ ਸ਼ਰਨਯੋਗ ਸੁਣ ਸਰਨੀ ਆਏ। ਸੋ ਕਿੰਨੇ ਜਨਮਾਂ ਵਿੱਚੋਂ ਘੁੰਮਦੇ ਫਿਰਦੇ ਆਏ ਹਾਂ। ਮਿਲ ਜਗਦੀਸ਼ ਮਿਲਨ ਕੀ ਵਰੀਆ। ਚਰੰਗ ਕਾਲ ਇਹ ਦੇਹ ਸੰਜਰੀਆ। ਬੜੇ ਸਮੇਂ ਤੋਂ ਬਾਅਦ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ। ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚੇਲੇ ਪਨ ਹੁਆ। 84 ਲੱਖ ਜੂਨੀ ਦੇ ਵਿੱਚੋਂ ਘੁੰਮਦੇ ਫਿਰਦੇ ਆਏ ਹਾਂ। ਰਾੜਾ ਸਾਹਿਬ ਵਾਲੇ ਮਹਾਂਪੁਰਖ ਇੱਕ ਉਦਾਹਰਨ ਦਿੰਦੇ ਹੁੰਦੇ ਸੀ। ਪਹਾੜੀ ਦੇ ਵਿੱਚ ਮਹਿਲ ਬਣਾਇਆ 84 ਦਰਵਾਜ਼ਿਆਂ ਵਾਲਾ। ਅੰਧਾ ਪੁਰਸ਼ ਪ੍ਰਵੇਸ਼ ਹੋ ਗਿਆ। ਘੁੰਮ ਰਿਹਾ ਫਿਰ ਰਿਹਾ ਹੈ। ਅਖੀਰ ਸ਼ਾਮ ਨੂੰ ਰੌਲਾ ਪਾਉਣਾ ਸ਼ੁਰੂ ਕਰਿਆ ਮੈਨੂੰ ਕੋਈ ਬਾਹਰ ਕੱਢੋ ਇਸ ਕੈਦ ਦੇ ਵਿੱਚੋਂ। ਐ ਰੌਲਾ ਪਾ ਰਿਹਾ ਬਾਹਰ ਕੋਈ ਪੁਰਸ਼ ਜਾ ਰਿਹਾ ਸੀ। ਕੰਨ ਵਿੱਚ ਆਵਾਜ਼ ਪਈ ਕੀ ਗੱਲ ਹੋ ਗਈ ਭਾਈ ਤੂੰ? ਕਹਿੰਦਾ ਮੈਂ ਅੰਦਰ ਦਾਖਲ ਹੋ ਗਿਆ ਪਰ ਨਿਕਲਣ ਨੂੰ ਦਰਵਾਜ਼ਾ ਨਹੀਂ ਹੈ। ਉਹ ਬਾਹਰ ਵਾਲਾ ਕਹਿਣ ਲੱਗਾ ਨਹੀਂ ਇੱਕ ਦਰਵਾਜ਼ਾ ਖੁੱਲ੍ਹਾ ਹੈ। 84 ਦਰਵਾਜ਼ੇ ਨੇ 83 ਬੰਦ ਨੇ ਇੱਕ ਖੁੱਲ੍ਹਾ ਹੈ। ਉਸ ਦੁਆਰਾ ਬਾਹਰ ਨਿਕਲਿਆ ਕਹਿਣ ਲੱਗਿਆ ਭਰਾਵਾ ਮੇਰੀਆਂ ਅੱਖਾਂ ਨਹੀਂ ਹਨ ਮੈਨੂੰ ਦਿਸਦਾ ਨਹੀਂ ਹੈ ਕਿਵੇਂ ਦੇਖਾਂ ਖੁੱਲ੍ਹਾ ਦਰਵਾਜ਼ਾ। ਤੈਨੂੰ ਜੁਗਤੀ ਦੱਸਦੇ ਹਾਂ। ਕੰਧ ਨੂੰ ਹੱਥ ਲਾ ਕੇ ਚੱਕਰ ਕੱਟਣਾ ਸ਼ੁਰੂ ਕਰ ਦੇ ਖੁੱਲ੍ਹਾ ਦਰਵਾਜ਼ਾ ਆਊ ਤੂੰ ਬਾਹਰ ਨਿਕਲੇ। ਕਹਿੰਦਾ ਠੀਕ ਹੈ। ਕੰਧ ਨੂੰ ਹੱਥ ਲਾਉਣਾ ਲਾ ਕੇ ਚੱਕਰ ਕੱਟਣਾ ਸ਼ੁਰੂ ਕਰਿਆ। ਚੱਕਰ ਕੱਟਦਾ ਗਿਆ 83 ਦਰਵਾਜ਼ੇ ਲੰਘ ਗਿਆ। 84ਵਾਂ ਦਰਵਾਜ਼ਾ ਆਇਆ। ਖੁਰਕ ਹੋਣ ਲੱਗੀ ਕੰਨ ਕੋਲ ਖੁਰਕ ਸ਼ੁਰੂ ਕਰ ਦਿੱਤੀ ਹੱਥ ਛੱਡ ਕੇ। ਪੈਰ ਉਵੇਂ ਪੁੱਟਦਾ ਜਾ ਰਿਹਾ ਹੈ। ਲੰਘ ਗਿਆ ਅੱਗੇ ਕਿੰਨੇ ਹੀ ਦਰਵਾਜ਼ੇ ਫੇਰ ਲੰਘ ਗਿਆ। ਉਹ ਮੇਰੇ ਨਾਲ ਧੋਖਾ ਕਰਿਆ। ਫਿਰ ਰੌਲਾ ਪਾਉਂਦਾ ਹੈ। ਫਿਰ ਉਹੀ ਪੁਰਸ਼ ਆਇਆ ਤੈਨੂੰ ਜੁਗਤੀ ਦੱਸੀ ਸੀ। ਕਹਿੰਦਾ ਮੈਂ ਉਦੋਂ ਦਾ ਹੀ ਘੁੰਮ ਰਿਹਾ ਹਾਂ। ਖੁੱਲ੍ਹਾ ਦਰਵਾਜ਼ਾ ਆਇਆ ਕੋਈ ਨਹੀਂ। ਉਹ ਕਹਿੰਦਾ ਮੈਂ ਦੇਖ ਰਿਹਾ ਹਾਂ
ਦਰਵਾਜ਼ਾ ਖੁੱਲ੍ਹਾ ਹੈ, ਤੂੰ ਗਲਤੀ ਕਰੀ ਹੋਣੀ ਹੈ। ਹੱਥ ਡਿਆਉਣਾ, ਕਹਿੰਦਾ ਹਾਂ ਹੱਥ ਛੱਡਿਆ ਸੀ ਇੱਕ ਵਾਰੀ, ਦੁਬਾਰਾ ਚੱਲ। ਫਿਰ ਦੁਬਾਰਾ ਉਹੀ ਚੱਕਰ ਚੱਲ ਪਿਆ। ਸੋ ਐਵੇਂ ਜਿਵੇਂ ਸਾਧ ਸੰਗਤ ਇੱਕ ਘੱਟ 84 ਲੱਖ ਜੂਨੀਆਂ ਵਿੱਚੋਂ ਕਿੰਨੀਆਂ ਕਿੰਨੀਆਂ ਲੰਬੀਆਂ ਉਮਰਾਂ ਨੇ, ਲੱਖ ਨਾਗਾਂ ਕਰੋੜ ਕਾਗਾਂ, ਇੰਨੀਆਂ ਇੰਨੀਆਂ ਲੰਬੀਆਂ ਉਮਰਾਂ ਵਾਲੇ ਵੀ ਕਾਗ ਸੁੰਡ ਨਾਮ ਦੇ ਰਿਸ਼ੀ ਜੀ ਹੋਏ ਨੇ। ਵਸ਼ਿਸ਼ਟ ਜੀ ਨੇ ਪੁੱਛਿਆ ਸੀ, ਤੁਹਾਡੀ ਦੇਖਦਿਆਂ ਦੁਨੀਆ ਕਹਿੰਦੇ ਕਿੰਨੀ ਵਾਰੀ ਪਰਲੋਂ ਆਈ ਹੈ, ਕਿੰਨੀ ਵਾਰੀ ਫਿਰ ਸ੍ਰਿਸ਼ਟੀ ਪੈਦਾ ਹੋਈ, ਅਰਬਦ ਨਰਬਦ ਧੰਦੂਕਾਰਾ। ਸੋ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਨੇ, ਫੱਫਾ ਫਿਰਤ ਤੂੰ ਆਇਆ, ਫਿਰਤ ਬਹੁਤੇ ਜੁਗ ਹਾਰਿਓ। ਮਾਨਸ ਦੇ ਲਈ ਬਹੁਤ ਜੁਗ ਫਿਰਦਿਆਂ ਹੋਇਆਂ ਨੂੰ ਮਨੁੱਖਾ ਜਨੂੰ ਹੀ ਪ੍ਰਾਪਤ ਹੋਈ ਹੈ। ਸਾਰੀ ਦੁਨੀਆ ਦੀ ਸਰਦਾਰ ਹੈ। 33 ਕਰੋੜ ਦੇਵਤਾ ਉਹ ਵੀ ਚਾਹੁੰਦੇ ਨੇ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵਤਾ ਲੋਕ ਤਰਸਦੇ ਨੇ, ਉਹ ਆਪਾਂ ਨੂੰ ਪ੍ਰਾਪਤ ਹੋਈ ਹੈ। ਮਿਲ ਜਗਦੀਸ਼ ਮਿਲਣ ਕੀ ਵਰੀਆ, ਹੁਣ ਵਾਰੀ ਹੈ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ। ਖੁੱਲ੍ਹਾ ਦਰਵਾਜ਼ਾ ਹੈ ਸਾਧ ਸੰਗਤ, ਇਸ ਦੁਆਰਾ ਮਿਲਣ ਦੀ ਕੋਸ਼ਿਸ਼ ਕਰੀਏ। ਸੋ ਆਓ ਭਗਤ ਰਵਿਦਾਸ ਮਹਾਰਾਜ ਜੀ ਬੇਨਤੀ ਕਰਨੀ ਸਿਖਾ ਰਹੇ ਨੇ। ਮਹਾਰਾਜ ਜੀ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਇਹੀ ਲੇਖੇ ਵਿੱਚ ਲੱਗਣਾ, ਬਾਕੀ ਦੀਆਂ ਜੁਨੀਆਂ ਤਾਂ ਕੋਈ ਲੇਖੇ ਵਿੱਚ ਨਹੀਂ। ਘਰਾਂ ਦੇ ਵਿੱਚੋਂ ਦੁੱਧ ਆਉਂਦਾ ਹੈ, ਕਿੰਨਾ ਕਿੰਨਾ ਦੁੱਧ ਆਉਂਦਾ ਹੈ ਸਾਧ ਸੰਗਤ, ਅਨਾਜ ਆਉਂਦਾ ਹੈ ਔਰ ਸਾਰਾ ਕੁਝ ਆਉਂਦਾ ਹੈ। ਅਤੇ ਦੁੱਧ ਆ ਰਿਹਾ ਹੈ, ਉਹ ਮੱਝ ਕਹੇ ਵੀ ਮੇਰਾ ਇੰਨਾ ਦੁੱਧ ਜਾਂਦਾ ਰਿਹਾ ਗੁਰੂ ਘਰ ਸੰਗਤਾਂ ਵਾਸਤੇ ਜਾਂਦਾ ਰਿਹਾ, ਧਰਮ ਰਾਜਾ ਹਿਸਾਬ ਕਿਤਾਬ, ਉਹ ਕਹਿੰਦੇ ਨਹੀਂ ਤੂੰ ਪਰਤੰਤਰ ਸੀ, ਤੈਨੂੰ ਪੱਠੇ ਪੈਂਦੇ ਰਹੇ ਨੇ, ਇਹਦਾ ਹਿਸਾਬ ਕਿਤਾਬ ਮਿਲੂਗਾ, ਮਾਲਕ ਨੂੰ ਮਿਲੂਗਾ, ਮਨੁੱਖ ਨੂੰ ਮਿਲੂਗਾ। ਅਤੇ ਸਾਸ ਮਨੁੱਖਾ ਜੂਨੀ ਦੇ ਵਿੱਚ ਇੱਕ ਤਿਪ ਬੂੰਦ ਪਾਣੀ ਦੀ ਵੀ ਦਾਨ ਕਰੀ ਹੋਈ, ਪਿਲਾਈ ਹੋਈ, ਉਹਦਾ ਵੀ ਫਲ ਪ੍ਰਾਪਤ ਹੋਵੇਗਾ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰਖੇਤ, ਬਾਕੀ ਦੀਆਂ ਜੂਨਾਂ ਨੂੰ ਨਹੀਂ ਅਧਿਕਾਰ ਹੈ। ਅਸਮੇਤ ਜਗ ਫਲ ਸਿੱਖ ਕੋ ਜਵਾਏ ਕਾ। ਸੋ ਆਓ ਇਸ ਜੂਨੀ ਦੇ ਵਿੱਚ ਕੋਸ਼ਿਸ਼ ਕਰੀਏ। ਫਿਰ ਕਿਵੇਂ ਮਿਲਿਆ ਜਾਵੇ ਉਸ ਵਾਹਿਗੁਰੂ ਪਰਮੇਸ਼ਰ ਨੂੰ, ਉਹਦੀ ਵੀ ਜੁਗਤ ਭਗਤ ਰਵਿਦਾਸ ਜੀ ਹੀ ਕਥਨ ਕਰ ਰਹੇ ਨੇ। ਕੱਲ੍ਹ ਵੀ ਆਪਣੀ ਵਿਚਾਰ ਚੱਲ ਰਹੀ ਸੀ, ਸਤ ਸੰਗਤ ਨੂੰ ਬਹੁਤ ਵਡਿਆਇਆ ਹੈ, ਵਿੱਚ ਸੰਗਤ ਹਰ ਪ੍ਰਵਸ ਹੈ ਜੀਓ। ਭਗਤ ਰਵਿਦਾਸ ਮਹਾਰਾਜ ਜੀ ਕਹਿ ਰਹੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ, ਤੁਮ ਚੰਦਨ ਹਮ ਅਰੰਡ ਵਾਪਰੇ, ਸੰਗਤ ਮਾਰੇ ਵਾਸਾ। ਇਹ ਨਿਮਰਤਾ ਦਾ ਪ੍ਰਤੀਕ ਹੈ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਨ ਤੁਮਾਰੀ, ਹਮ ਔਗੁਣ ਤੁਮ ਉਪਕਾਰੀ। ਤੁਮ ਮੁਕਤੂਲ ਸਪੇਦ ਸਪੀਲ, ਹਮ ਵਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ, ਹੇ ਮਾਇਆਪਤੀ ਵਾਹਿਗੁਰੂ ਪਰਮੇਸ਼ਰ, ਤੇਰੀ ਸੰਗਤ ਮਿਲ ਜਾਵੇ। ਜੈਸੇ ਮਧੁਪ ਮਖੀਰਾ, ਜਿਵੇਂ ਸ਼ਹਿਦ ਦੀਆਂ ਮੱਖੀਆਂ ਉਹ ਸ਼ਹਿਦ ਦੇ ਨਾਲ ਜੁੜੀਆਂ ਰਹਿੰਦੀਆਂ ਨੇ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। 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 ਮਿਲ ਰਹੀ ਹੈ ਮਾਧੋ। ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਜੈਸੇ ਮਧੁਪ ਮਖੀਰਾ ਜੀ, ਸਤ ਸੰਗਤ ਮਿਲ ਰਹੀ ਹੈ ਮਾਧੋ।
ਸੋ ਆਓ ਬਾਰ ਬਾਰ ਸੰਗਤ ਕਰਨੀ ਤਾਕੀਦ ਕੀਤੀ ਹੈ। ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੇ ਭਾਗ ਬੈਰਾਗ। ਭਾਈ ਗੁਰਦਾਸ ਜੀ ਸੰਗਤ ਦੀ ਵਡਿਆਈ ਕਥਨ ਕਰਦੇ ਹੋਏ ਕਿ ਮਾੜੀ ਸੰਗਤ ਤੋਂ ਬਚੀ, ਅੱਛੀ ਸੰਗਤ ਰੇ, ਆਛੀ ਸੰਗਤ ਰੇ। ਚੰਗੀ ਸੰਗਤ ਕਰੀ ਭਲਿਆ, ਸੰਗਤ ਦਾ ਹੀ ਅਸਰ ਹੋਣਾ ਹੈ। ਜੋ ਜੈਸੀ ਸੰਗਤ ਕਰੈ ਸੋ ਤੈਸੋ ਫਲ ਖਾਏ। ਕੁਝ ਉਦਾਹਰਨਾਂ ਦਿੱਤੀਆਂ ਨੇ। ਬੇਰੀ ਦੇ ਦਰਖਤ ਦੇ ਕੋਲ ਕੇਲਾ ਖੜਾ ਹੋਇਆ ਹੈ, ਹਵਾ ਚੱਲਦੀ ਹੈ, ਝੂਲਦਾ ਹੈ, ਹਵਾ ਝੂਲਦਾ ਹੈ। ਕਿਸੇ ਨੇ ਰਾਏ ਦਿੱਤੀ, ਕਹਿੰਦਾ ਓਏ ਥੋੜ੍ਹਾ ਜਿਹਾ ਡਿਸਟੈਂਸ ਫਰਕ ਰੱਖ, ਦੂਰ ਰਹਿ। ਪਰ ਉਹ ਕੇਲਾ ਆਪਣੀ ਮੌਤ 'ਚ ਕਹਿੰਦਾ ਬੇਰੀ ਦੇ ਬੇਰ ਖਾਣ ਆਉਂਦੇ ਨੇ ਲੋਕ, ਨਾਲ ਮੇਰੀ ਵੀ ਵੈਲਿਊ ਹੈ, ਮੇਰੀ ਵੀ ਵਡਿਆਈ ਹੈ। ਉਹਨੇ ਬਥੇਰਾ ਕਿਹਾ। ਇੱਕ ਦਿਨ ਐਸਾ ਆਜੂ ਬੇਰੀ ਵੱਢ ਕੇ ਤੈਨੂੰ ਧਰਤੀ 'ਤੇ ਸਿੱਟ ਦੂ। ਕਹਿੰਦਾ ਕੋਈ ਪਰਵਾਹ ਨਹੀਂ। ਸਮਾਂ ਐਸਾ ਹੀ ਆ ਗਿਆ। ਜੈਸੇ ਕੇਲਾ ਬਸਤ ਬਬੂਰ ਕੈ ਨਿਕਟ, ਤਾਂ ਕਹਿ ਸਾਲਤ ਹੈ ਸੂਰਾਂ ਆਪਾ ਸਕੈ ਨਾ ਬਚਾਏ ਜੀ। ਸਾਲਤ ਕੱਟ ਦਿੱਤਾ ਸੂਰਾਂ, ਕਈਆਂ ਸੂਲਾਂ ਨੇ ਆਪਣੇ ਆਪ ਨੂੰ ਬਚਾ ਨਾ ਸਕਿਆ। ਦੂਸਰੀ ਉਦਾਹਰਣ, ਪਿੰਜਰੇ ਦੇ ਵਿੱਚ ਤੋਤਾ ਬੰਦ ਕਰਿਆ ਹੋਇਆ ਹੈ, ਚੋਰੀ ਮਿਲੀ ਜਾਂਦੀ ਹੈ, ਪਾਣੀ ਵਗੈਰਾ ਮਿਲੀ ਜਾਂਦਾ, ਅੰਦਰ ਹੀ ਹੈ, ਪਰ ਬਾਹਰ ਤੋਤੇ ਉਡਾਰੀਆਂ ਮਾਰਦੇ ਫਿਰਦੇ ਆ। ਉਹ ਦੇਖ ਕੇ ਕਹਿੰਦਾ ਮੇਰੇ ਨਾਲ ਪਤਾ ਨਹੀਂ ਮਾਲਕ ਨੇ ਕਿਉਂ ਬੈਰ ਕਰ ਲਿਆ, ਮੈਨੂੰ ਪਿੰਜਰੇ 'ਚ ਹੀ ਬੰਦ ਰੱਖ ਛੱਡਿਆ ਹੈ, ਮੈਂ ਵੀ ਉਡਾ ਇੰਨਾ ਮੰਗੂ। ਮਹਾਰਾਜ ਨੇ ਵੀ ਸਾਡੇ 'ਤੇ ਕਿਰਪਾ ਕੀਤੀ, ਰਹਿਤ ਦੇ ਪਿੰਜਰੇ ਵਿੱਚ ਬੰਦ ਕਰਿਆ, ਸੰਗਤ ਦੇ ਪਿੰਜਰੇ ਵਿੱਚ। ਬਾਬਾ ਫਰੀਦ ਜੀ ਨੂੰ ਕਿਹਾ ਸੀ, ਪੁੱਤ ਕਿਲੇ ਦੇ ਵਿੱਚ ਰਹੀਂ, ਮਖਮਲੀ ਗਦੈਲਿਆਂ 'ਤੇ ਸੋਇਆ ਕਰੀ, ਹਰ 36 ਪ੍ਰਕਾਰ ਦੇ ਭੋਜਨ ਖਾਇਆ ਕਰੀ। ਕਹਿੰਦਾ ਮਾਂ ਚੱਲਿਆ ਤਪ ਕਰਨ ਦੇ ਵਾਸਤੇ, ਕਿਲਾ ਕਿੱਥੇ? ਕਹਿੰਦੇ ਸੰਗਤ ਰੂਪੀ ਕਿਲੇ ਦੇ ਵਿੱਚ ਰਹਿਣਾ ਹੈ। ਜਦੋਂ ਅੱਤ ਦੀ ਬਹੁਤ ਜ਼ਿਆਦਾ ਨੀਂਦ ਆਵੇ ਉਦੋਂ ਭਾਵੇਂ ਕੰਡਿਆਂ 'ਤੇ ਸੌਂ ਜੀ, ਉਹ ਮਖਮਲੀ ਗਦੈਲਿਆਂ ਨਾਲੋਂ ਵੀ ਜ਼ਿਆਦਾ ਸੁਹਾਵਣੀ ਸੇਜ ਹੋਵੇਗੀ। ਜਦੋਂ ਅੱਤ ਦੀ ਭੁੱਖ ਲੱਗੇ, ਬਹੁਤ ਜ਼ਿਆਦਾ ਭੁੱਖ ਲੱਗੇ, ਫਿਰ ਚਾਹੇ ਸੁੱਕੀਆਂ ਰੋਟੀਆਂ ਹੀ ਸੋਹਣੀਆਂ ਲੱਗਦੀਆਂ ਨੇ। ਉਹਨੂੰ ਕਹੇ ਫਰੀਦਾ ਰੋਟੀ ਮੇਰੀ ਕਾਟ ਕੀ, ਲਾਵਣ ਮੇਰੀ ਭੁੱਖ। ਸੋ ਮੈਨੂੰ ਪਤਾ ਨਹੀਂ ਕਿਉਂ ਬੰਦ ਕਰ ਲਿਆ ਮਾਲਕ ਨੇ, ਕਿਤੇ ਮੈਂ ਵੀ ਆਜ਼ਾਦ ਹੋਵਾਂ। ਪਰ ਉਹ ਬਿੱਲੀ ਹਰ ਰੋਜ਼ ਦੇਖਦੀ ਹੈ, ਭਾਈ ਗੁਰਦਾਸ ਜੀ ਦਾ ਕਥਨ ਹੈ, ਹਰ ਰੋਜ਼ ਦੇਖਦੀ ਹੈ। ਕਹਿੰਦੀ ਪੁੱਤ ਨਿਕਲ ਸਹੀ ਬਾਹਰ, ਫਿਰ ਤੈਨੂੰ ਉਡਾਰੀਆਂ ਲਵਾਊਂ ਮੈਂ। ਪਿੰਜਰੀ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੇਤ, ਦਿਨ ਪ੍ਰਤ ਹੇਰਤ ਬੁਲਾਈ ਅੰਤ ਖਾਏ ਜੀ। ਅੱਜ ਕਿਤੇ ਮਾਲਕ ਨੇ ਚੂਰੀ ਪਾਈ, ਪਿੰਜਰੇ ਦਾ ਗੇਟ ਬੰਦ ਕਰਨਾ ਭੁੱਲ ਗਿਆ। ਬੜਾ ਖੁਸ਼ ਹੋਇਆ, ਕਹਿੰਦਾ ਹੋ ਪਰੇ ਨੂੰ ਹੁਣ ਮਾੜਾ ਜਿਹਾ। ਉਹ ਮਾਲਕ ਪੜੇ ਨੂੰ ਹੋਇਆ, ਮਾਰੀ ਡਾਰੀ ਬਾਹਰ ਨਿਕਲਿਆ, ਬਿੱਲੀ ਪਹਿਲਾਂ ਹੀ ਦੇਖ ਮਾਰਿਆ ਝਪਟਾ, ਸਿੱਟ ਲਿਆ ਧਰਤੀ 'ਤੇ, ਤੜਫਾ ਕੇ ਮਾਰ ਕੇ ਖਾ ਗਈ ਹੈ। ਪਿੰਜਰੀ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੇਤ, ਦਿਨ ਪ੍ਰਤ ਹੇਤ ਬੁਲਾਈ ਅੰਤ ਖਾਏ ਜੀ। ਜੈਸੇ ਜਲ ਅੰਤਰ ਮੁਦਤ ਹੋਤ ਮੀਨ ਮਦ, ਮੱਛੀ ਪਾਣੀ ਵਿੱਚ ਬਲਸੇਟੇ ਮਾਰਦੀ ਫਿਰਦੀ ਹੈ। ਮਾਸ ਲਪਟਾਏ ਲੇਤ ਬੰਛੀ ਲਗਾਏ ਜੀ। ਮਾਸ ਲਾ ਕਰਕੇ ਕੁੰਡੀ ਦੇ ਨਾਲ ਝੀਵਰ ਨੇ ਸੁੱਟਣੀ ਕੀਤੀ। ਆਈ ਮਾਸ ਖਾਣ ਦੇ ਵਾਸਤੇ, ਅੱਗੇ ਕਿਹੜਾ ਇਹੀ ਮਾਸ ਖਾਂਦੀ ਸੀ? ਅੱਗੇ ਵੀ ਤਾਂ ਜਲ ਮੈਂ ਜੰਤ ਪਾਏ ਕਹਤੇ ਨਾ ਪੇ ਰੋਜੀ, ਦੇ ਰਿਹਾ ਸੀ ਰੋਜੀ, ਪਰ ਉਹ ਮਾਸ ਦਾ ਲਾਲਚ ਕਰਕੇ ਸਾਸੰਗ ਸੰਗ 'ਚ ਕੁੰਡੀ ਫਸ ਗਈ, ਬਾਹਰ ਕੱਢ ਲਈ, ਤੜਪ ਤੜਪ ਕੇ ਮਰ ਗਈ ਹੈ। 3 ਉਦਾਹਰਨਾਂ ਦਿੱਤੀਆਂ ਨੇ। ਬਿਨ ਸਤਿਗੁਰ ਸਾਧ ਵਸਤ ਅਸੰਗ, ਅਸਾਧ ਸੰਗ। ਭਾਈ ਸਾਹਿਬ ਜੀ ਕਹਿੰਦੇ ਦੇਖੀ ਗੁਰੂ ਤੋਂ ਦੂਰ ਨਾ ਚਲਿਆ ਜਾਈ। ਸੀਤਾ ਲੀਕ ਨਾ ਟੱਪਦੀ, ਰਾਵਣ ਕਿਉਂ ਚੁੱਕ ਲਿਜਾਂਦਾ। ਸੰਗਤ ਬਖਸ਼ੀ ਹੈ ਤੈਨੂੰ। ਬਿਨ ਸਤਿਗੁਰ, ਗੁਰੂ ਤੋਂ ਬਗੈਰ, ਗੁਰੂ ਤੋਂ ਦੂਰ ਜਾ ਕਰਕੇ, ਬਿਨ ਸਤਿਗੁਰ ਸਾਧ ਵਸਤ ਅਸਾਧ ਸੰਗ। ਸਾਧ ਸੰਤਾਂ ਦੀ ਸੰਗਤ ਤੋਂ ਦੂਰ ਹੋ ਕੇ, ਗੁਰਮੁਖਾਂ ਦੀ ਸੰਗਤ ਤੋਂ ਦੂਰ ਹੋ ਕਰਕੇ, ਅਸਾਧ ਜਿਹੜੇ ਮਨਮੁਖ ਲੋਕ ਨੇ, ਮਨਾਈ ਕਰਨ ਵਾਲੇ ਨੇ, ਉਹਨਾਂ ਦੀ ਸੰਗਤ ਵਿੱਚ ਚਲਿਆ ਗਿਆ। ਅੰਗ ਅੰਗ ਦੁਰਮਤ ਗਤ ਪ੍ਰਗਟਾਏ ਜੀ। ਤੇਰੇ ਅੰਗ ਅੰਗ ਵਿੱਚ ਖੋਟੀ ਮੱਤ ਪੈਦਾ ਹੋ ਜੂ, ਤੇਰੇ ਪੈਰਾਂ 'ਚ ਖੋਟੀ ਮੱਤ ਪੈਦਾ ਹੋਊ। ਤੇਰੇ ਪੈਰ ਗੁਰੂ ਸ਼ਰਨ ਵਿੱਚ ਨਹੀਂ ਜਾਣਗੇ, ਮਾੜੇ ਪਾਸੇ ਜਾਣਗੇ, ਗਲਤ ਪਾਸੇ ਜਾਣਗੇ। ਹੱਥਾਂ ਵਿੱਚ ਖੋਟੀ ਮੱਤ ਪੈਦਾ ਹੋਊ। ਹੱਥ ਗੁਰੂ ਕੀ ਸੰਗਤਾਂ ਦੇ ਭਾਂਡੇ ਨਹੀਂ ਮਾਂਜਣਗੇ, ਸੇਵਾ ਨਹੀਂ ਕਰਨਗੇ, ਚੋਰੀ ਕਰਨਗੇ, ਹੋਰ ਕਰਨਗੇ। ਅਤੇ ਕੰਨਾਂ ਵਿੱਚ ਖੋਟੀ ਮੱਤ ਪੈਦਾ ਹੋਊਗੀ। ਕੰਨਾਂ ਨੂੰ ਗੁਰਬਾਣੀ ਚੰਗੀ ਨਹੀਂ ਲੱਗਣੀ, ਨਿੰਦਿਆ ਕੱਚ ਪਚ ਹੋਰ ਚੰਗਾ ਲੱਗੂਗਾ। ਅੱਖਾਂ ਵਿੱਚ ਖੋਟੀ ਮੱਤ, ਇਹ ਅੱਖਾਂ
ਜਿਨ੍ਹਾਂ ਨੇ ਜਗਤ ਹਰ ਕਾ ਰੂਪ ਹੈ, ਨਹੀਂ ਇਹ ਬਗਾਨਾ ਹੈ, ਇਹ ਮਾੜਾ ਹੈ, ਇਹ ਭੈੜੀ ਨਿਗਾਹ ਦੇ ਨਾਲ ਦੇਖਣਗੀਆਂ। ਖੋਟੀ ਮੱਤ ਐਸੀ ਪੈਦਾ ਹੋ ਜਾਣੀ ਹੈ, ਜਵਾਨ ਵਿੱਚ ਖੋਟੀ ਮੱਤ ਪੈਦਾ ਹੋ ਜਾਣੀ ਹੈ। ਜਵਾਨ ਨੂੰ ਗੁਰੂ ਦਾ ਜਸ ਚੰਗਾ ਨਹੀਂ ਲੱਗੂਗਾ, ਨਿੰਦਿਆ ਚੁਗਲੀ ਚੰਗੀ ਲੱਗੇਗੀ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਅੰਗ ਅੰਗ ਦੁਰਮਤ ਮਤ ਪ੍ਰਗਟਾਏ ਜੀ, ਖੋਟੀ ਮਤ ਪੈਦਾ ਹੋ ਜੂ। ਭਗਤ ਕਬੀਰ ਜੀ ਨੇ ਵੀ ਬੜਾ ਸੋਹਣਾ ਕਿਹਾ ਹੈ, ਕਬੀਰ ਮਾਰੀ ਮਰੋਂ ਕੁਸੰਗ ਕੀ, ਸਤ ਸੰਗਤ ਮਿਲ ਰਹੀ ਹੈ ਮਾਧੋ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੁਬੇਰ, ਉਹ ਝੂਲਾ ਉਹ ਚੀਰੀ ਹੈ, ਸਾਖਤ ਸੰਗ ਨਾ ਹੀਰ। ਸਾਖਤਾਂ ਦਾ ਸੰਗ ਨਾ ਕਰੀ ਭਲਿਆ। ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ। ਪਿਆਰੇ ਜੀ ਮਾਰੀ ਮੈਂ ਕੁਸੰਗ ਦੀ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ, ਮਾਰੀ ਮੈਂ ਕੁਸੰਗ ਦੀ ਮਰਾਂ। ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ। ਪਿਆਰੇ ਕੇਲੇ ਨਿਕਟ ਜਿਉਂ ਬੇਰ, ਪਿਆਰੇ ਕੇਲੇ ਨਿਕਟ ਜਿਉਂ ਬੇਰ, ਕੇਲੇ ਨਿਕਟ ਜਿਉਂ ਬੇਰ, ਪਿਆਰੇ ਕੇਲੇ ਨਿਕਟ ਜਿਉਂ ਬੇਰ, ਕੇਲੇ ਨਿਕਟ ਜਿਉਂ ਬੇਰ, ਪਿਆਰੇ ਕੇਲੇ ਨਿਕਟ ਜਿਉਂ ਬੇਰ। ਕੇਲੇ ਨਿਕਟ ਜਿਉਂ ਬੇਰ, ਪਿਆਰੇ ਕੇਲੇ ਨਿਕਟ ਜਿਉਂ ਬੇਰ, ਕੇਲੇ ਨਿਕਟ ਜਿਉਂ ਬੇਰ, ਪਿਆਰੇ ਕੇਲੇ ਨਿਕਟ ਜਿਉਂ ਬੇਰ, ਕੇਲੇ ਨਿਕਟ ਜਿਉਂ ਬੇਰ, ਕੇਲੇ ਨਿਕਟ ਜਿਉਂ ਬੇਰ। ਪਿਆਰੇ ਕੇਲੇ ਨਿਕਟ ਜਿਉਂ ਬੇਰ, ਕੇਲੇ ਨਿਕਟ ਜਿਉਂ ਬੇਰ, ਕੇਲੇ ਨਿਕਟ ਜਿਉਂ ਬੇਰ, ਪਿਆਰੇ ਕੇਲੇ ਨਿਕਟ ਜਿਉਂ ਬੇਰ, ਨਿਕਟ ਜਿਉਂ ਬੇਰ, ਪਿਆਰੇ ਕੇਲੇ ਨਿਕਟ ਜਿਉਂ ਬੇਰ। ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ। ਮਾਰੀ ਮੈਂ ਕੁਸੰਗ ਦੀ ਮਰਾਂ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਰਾਂ। ਮਾਰੀ ਮੈਂ ਕੁਸੰਗ ਦੀ ਮਰਾਂ, ਪਿਆਰੇ ਮਾਰੀ ਮੈਂ ਕੁਸੰਗ ਦੀ ਮਰਾਂ। ਸੋ ਇਸ ਕਰਕੇ ਸਾਧ ਸੰਗਤ ਮਨੁੱਖਾ ਜਨ ਦੀ ਸਫਲਤਾ ਦੇ ਵਾਸਤੇ ਗੁਰੂ ਬਾਬੇ ਨੇ ਸਾਨੂੰ ਬਾਰ-ਬਾਰ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਮਨੁੱਖਾ ਜਨਮ ਬੜਾ ਮੋਲਕ ਪ੍ਰਾਪਤ ਹੋਇਆ ਹੈ। ਭਾਈ ਸਾਹਿਬ ਜੀ ਕਥਨ ਕਰਦੇ ਨੇ, ਕਲ ਯੁਗ ਕੀ ਸੁਣ ਸਾਧ, ਨਾ ਕਰਮ ਕਿਰਤ ਕੀ ਚੱਲੈ ਨਾ ਕਾਈ। ਇਹਦੇ ਵਿੱਚ ਹੋਰ ਕਰਮ ਕਿਰਤ ਨਹੀਂ ਚੱਲਣੀ। ਉਹ ਪਿਛਲੇ ਯੁੱਗਾਂ ਦਾ ਧਰਮ ਸੀ, ਜਤ ਸਤ ਸੰਜਮ ਉਹਨਾਂ ਯੁੱਗਾਂ ਦਾ ਧਰਮ ਹੈ। ਇਹ ਪਿਛਲੇ ਯੁੱਗਾਂ ਦਾ ਧਰਮ ਸੀ। ਇੱਥੇ ਕੇਵਲ ਪਰਮੇਸ਼ਰ ਦੇ ਨਾਮ ਦੀ ਹੀ ਵਡਿਆਈ ਹੈ। ਕਲ ਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨਾ ਕਾਈ। ਬਿਨਾ ਭਜਨ ਭਗਵਾਨ ਦੇ ਭਾਉ ਭਗਤ ਬਿਨ ਠਾਉਰ ਨਾ ਠਾਈ। ਪਰਮੇਸ਼ਰ ਦੇ ਭਜਨ ਤੋਂ ਬਗੈਰ, ਪ੍ਰੇਮਾ ਭਗਤੀ ਤੋਂ ਬਗੈਰ ਕੋਈ ਠੌਰ ਕੋਈ ਜਗ੍ਹਾ ਹੈ ਹੀ ਨਹੀਂ। ਲਹੇ ਕਮਾਣਾ ਏਤ ਯੁੱਗ, ਪਿਛਲੀ ਯੁੱਗੀ ਕਰੀ ਕਮਾਈ। ਪਿਛਲੇ ਯੁੱਗਾਂ ਦੀ ਕਮਾਈ ਕੀਤੀ ਉਹ ਇਹ ਯੁੱਗ ਵਿੱਚ ਪ੍ਰਾਪਤ ਹੁੰਦੀ ਹੈ। ਦੀਆ ਜੋ ਪਿਛਲੇ ਜਨਮ ਕਾ ਮਿਲੈ ਸੋ ਇਹਾਂ ਆਏ, ਜੈਸੇ ਬਛੜਾ ਗਾਏ ਕਾ ਮਿਲੈ ਮਾਤ ਕੋ ਤਾਏ। ਜਿਵੇਂ 100 ਗਊਆਂ ਨੂੰ ਛੱਡ ਕਰਕੇ ਬੱਚਾ ਜਿਹੜਾ ਹੈ ਆਪਣੀ ਮਾਂ ਦੇ ਹੇਠਾਂ ਜਾਂਦਾ ਹੈ ਸਾਧ ਸੰਗਤ, ਐਵੇਂ ਜਿਵੇਂ ਹੀ ਜੋ ਕੁਝ ਵੀ ਸਾਡਾ ਦਿੱਤਾ ਹੋਇਆ ਹੈ, ਪੁੰਨਦਾਨ ਕੀਤਾ ਹੋਇਆ ਹੈ, ਉਹ ਅਵੱਸ ਪ੍ਰਾਪਤ ਹੋਣਾ ਹੀ ਹੋਣਾ ਹੈ। ਇੱਕ ਛੋਟੀ ਜਿਹੀ ਉਦਾਹਰਨ ਮਹਾਂਪੁਰਖ ਦਿੰਦੇ ਹੁੰਦੇ ਸੀ। ਲੜਕੀ ਵਿਆਹੀ ਹੋਈ ਸਹੁਰੇ ਘਰ ਵਿੱਚ ਚਲੀ ਗਈ ਹੈ। ਕੋਈ ਸਾਧੂ ਸੰਤ ਛੋਟੀ ਉਮਰ ਦੇ ਮਹਾਂਪੁਰਖ ਗਜਾ ਲੈਣ ਵਾਸਤੇ ਆਏ। ਪ੍ਰਸ਼ਾਦਾ ਵਾਹਿਗੁਰੂ, ਉਹ ਲੜਕੀ ਪ੍ਰਸ਼ਾਦਾ ਦੇਣ ਵਾਸਤੇ ਗਈ। ਦੇਖਿਆ ਵੀ ਛੋਟੀ ਉਮਰ ਹੈ ਬੱਚੇ ਦੀ। ਸਵਾਲ ਕਰਿਆ, ਰੇ ਬਾਲੇ ਅਜੇ ਸਵੇਰ, ਅਜੇ ਤਾਂ ਸਵੇਰ ਭਾਵ ਬਚਪਨ ਹੈ,
ਕਿੱਥੋਂ ਬੈਰਾਗ ਲੱਗਿਆ? ਰੇ ਬਾਲੇ ਅਜੇ ਸਵੇਰ। ਉਹ ਸਿਆਣਾ ਸੀ, ਸੰਗਤ ਕਰਦਾ ਸੀ, ਸਮਝ ਗਿਆ। ਕਹਿਣ ਲੱਗਿਆ, ਰੀ ਬਾਈ ਮਮਕਾਲ ਡਰ, ਭੈਣ ਜੀ ਮੈਨੂੰ ਮੌਤ ਤੋਂ ਡਰ ਲੱਗ ਰਿਹਾ ਹੈ, ਇਸ ਕਰਕੇ ਮੈਂ ਸਾਧੂ ਸੰਤਾਂ ਦੀ ਸ਼ਰਨ ਲਈ ਹੈ, ਮੈਂ ਭੇਸ ਧਾਰਿਆ ਹੈ। ਤੇ ਨਾਲ ਦੀ ਨਾਲ ਸਵਾਲ ਵੀ ਕਰ ਦਿੱਤਾ, ਤੁਮ ਘਰ ਕਿਆ ਹਵਾਲ। ਇਹ ਗੱਲਾਂ ਹੋ ਰਹੀਆਂ ਸੀ, ਕਾਫੀ ਟਾਈਮ ਲੱਗ ਗਿਆ। ਸੱਸ ਨੂੰ ਐਵੇਂ ਸ਼ੰਕਾ ਪੈ ਗਿਆ, ਦੇਖਣ ਵਾਸਤੇ ਆਈ ਵੀ ਕੱਲ੍ਹ ਵਿਆਹੀ ਆਈ ਹੈ, ਪਤਾ ਨਹੀਂ ਕੀ ਸਾਧਾਂ ਨਾਲ ਗੱਲਾਂ ਮਾਰੀ ਜਾਂਦੀ ਹੈ। ਉਹਲੇ ਕੱਢ ਕੇ ਦੇਖ ਰਹੀ ਹੈ, ਜਦ ਨੂੰ ਪਹਿਲੀਆਂ ਦੋ ਗੱਲਾਂ ਤਾਂ ਹੋ ਗਈਆਂ। ਰੇ ਬਾਲੇ ਅਜੇ ਸਵੇਰ, ਰੀ ਬਾਈ ਮਮਕਾਲ ਡਰੇ, ਗੱਲਾਂ ਹੋ ਗਈਆਂ, ਇਹ ਨਹੀਂ ਸੁਣੀਆਂ। ਅਗਲੀ, ਤੁਮ ਘਰ ਕਿਆ ਹਵਾਲ, ਤੁਹਾਡੇ ਘਰ ਦਾ ਕੀ ਹਾਲ ਹੈ? ਸਾਧੂ ਨੇ ਪੁੱਛਿਆ। ਨਾਲ ਹੀ ਲੜਕੀ ਕਰ ਕਹਿਣ ਲੱਗੀ, ਮਮ ਘਰ ਬਾਸੀ ਖਾਤ ਹੈ, ਸਾਡੇ ਘਰ ਵਿੱਚ ਤਾਂ ਬੇਹੀਆਂ ਰੋਟੀਆਂ ਖਾਂਦੇ ਨੇ। ਇਹ ਦੋ ਗੱਲਾਂ ਸੁਣ ਲਈਆਂ। ਸਾਧੂ ਤੇ ਰੋਟੀ ਲੈ ਕਰਕੇ ਚਲਿਆ ਗਿਆ, ਪਰ ਕਿਆਮਤ ਆ ਗਈ ਲੜਕੀ ਤੇ। ਉਸੇ ਸਮੇਂ ਸਾਧ ਸੰਗਤ ਗੁੱਤ ਹੱਥ ਦੇ ਵਿੱਚ, ਕਦੋਂ ਬੇਹੀਆਂ ਰੋਟੀਆਂ ਖਿਲਾਈਆਂ ਨੇ? ਕੱਲ੍ਹ ਵਿਆਹੀ ਆਈਆਂ, ਸਾਡੇ ਘਰ ਦੀ ਨਿੰਦਿਆ ਕਰਦੀਆਂ ਤੂੰ। ਬੜਾ ਲੜਕੀ ਨੇ ਸਮਝਾਇਆ, ਮਾਂ ਜੀ ਮੈਂ ਨਿੰਦਿਆ ਨਹੀਂ ਕਰਦੀ, ਕੁਝ ਗੱਲ ਹੋਰ ਹੈ। ਪਰ ਨਾ, ਅੰਨੇ ਅਕਲੀ ਬਾਹਰੇ, ਐਸੀ ਗੱਲ ਹੋ ਗਈ ਸਾਧ ਸੰਗਤ ਕੋਈ ਫਰਕ ਨਾ ਪਿਆ। ਬੇਟਾ ਉਹਦਾ ਲੜਕੀ ਦੇ ਘਰ ਵਾਲਾ ਬਾਹਰੋਂ ਹਲ ਵਾਹ ਕੇ ਆਇਆ, ਉਹਨੂੰ ਆਉਂਦੇ ਨੂੰ ਹਵਾ ਭਰ ਦਿੱਤੀ। ਕੱਲ੍ਹ ਵਿਆਹੀ ਆਈ ਹੈ, ਅੱਜ ਸਾਧਾਂ ਨਾਲ ਗੱਲਾਂ ਮਾਰਦੀ, ਗੱਲਾਂ ਵੀ ਨਿੰਦਿਆ ਕਰਦੀ ਹੈ ਸਾਡੇ ਘਰ ਦੀ। ਉਹ ਵੀ ਸੱਸ ਉਹੋ ਜਿਹੀ ਜਿਹੀ ਹਵਾ ਭਰ ਦਿੱਤੀ। ਉਹ ਉਵੇਂ ਜਿਵੇਂ ਢੋਲ ਵੱਜ ਗਿਆ, ਲੱਗਾ ਲਾ ਦਿੱਤਾ। ਪੁਰਾਣੀ ਹੱਥ ਦੇ ਵਿੱਚ ਸੀ, ਛਟੀ ਹੱਥ ਵਿੱਚ ਸੀ। ਦੇ ਤੇਰੇ ਦੀ, ਲੈ ਤੇਰੇ ਦੀ, ਲਾਸਾਂ ਕੜੀਆਂ ਕਰਤੀਆਂ, ਬੜੀਆਂ ਮਿੰਨਤਾਂ ਤਰਲੇ ਕਰੇ, ਨਹੀਂ ਸਮਝਿਆ। ਕਹਿੰਦਾ ਮੈਂ ਨਹੀਂ ਰੱਖਣਾ ਤੈਨੂੰ, ਸਾਡੇ ਘਰ ਦੀ ਨਿੰਦਿਆ ਕਰਦੀ ਆ। ਸਾਈਕਲ 'ਤੇ ਬਿਠਾਈ, ਸਹੁਰੇ ਘਰ ਛੱਡਿਆ ਆਇਆ। ਮਹੀਨਾ, 2 ਮਹੀਨੇ, 6 ਮਹੀਨੇ ਲੰਘ ਗਏ। ਹੁਣ ਲੜਕੀਆਂ ਵਿਆਹ ਤੋਂ ਬਾਅਦ ਆਪਣੇ ਘਰ ਵਿੱਚ ਹੀ ਸ਼ੋਭਾ ਪਾਇਆ ਕਰਦੀਆਂ ਨੇ। ਪੰਚਾਇਤ ਇਕੱਠੀ ਹੋਈ, ਸਹੁਰੇ ਘਰ ਪਹੁੰਚ ਗਏ, ਇੱਥੇ ਦੀ ਪੰਚਾਇਤ ਇਕੱਠੀ ਹੋਈ। ਕੀ ਗੱਲ ਹੋ ਗਈ ਭਾਈ, ਕੀ ਰੌਲਾ ਤੁਹਾਡਾ? ਸੱਸ ਕਹਿਣ ਲੱਗੀ, ਇਹਨੂੰ ਪੁੱਛ ਲਓ। ਪੁੱਛਿਆ, ਬੇਟਾ ਦੱਸ ਕੀ ਗੱਲ ਹੈ? ਉਹਨੇ ਦੱਸਿਆ, ਕਹਿੰਦੀ ਸਾਧੂ ਸੰਤ ਆਏ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਇਹ ਬੈਰਾਗ ਕਿੱਥੋਂ ਲੱਗਿਆ ਹੈ, ਹਲੇ ਤਾਂ ਬਚਪਨ ਹੈ। ਉਹਨਾਂ ਨੇ ਜਵਾਬ ਦਿੱਤਾ, ਮੈਨੂੰ ਮੌਤ ਤੋਂ ਡਰ ਲੱਗ ਰਿਹਾ ਹੈ। ਉਹ ਕਹਿਣ ਲੱਗੀ, ਅਗਲੀ ਗੱਲ ਕਰ ਜਿਹੜੀ ਨਿੰਦਿਆ ਕਰੀ ਹੈ। ਤੁਮ ਘਰ ਕਿਆ ਹਵਾਲ, ਇਹ ਨਹੀਂ ਕਿਹਾ? ਮਮ ਘਰ ਬਾਸੀ ਖਾ, ਤਾਂ ਕਹਿੰਦੇ ਹਾਂ ਕਿਹਾ ਸੀ। ਉਹ ਫਿਰ ਪੰਚਾਇਤ ਵਾਲੇ ਵੀ ਕਹਿਣ ਲੱਗੇ, ਕਹਿੰਦੇ ਧੀਏ ਬੱਚੀ ਤਾਂ ਫਿਰ ਤੂੰ ਨਿੰਦਿਆ ਹੀ ਕਰ ਰਹੀ ਸੀ। ਕਹਿੰਦੀ ਨਹੀਂ, ਨਿੰਦਿਆ ਨਹੀਂ ਮੈਂ ਕਰੀ। ਉਹਨੇ ਪੁੱਛਿਆ ਸੀ ਸਾਧੂ ਨੇ ਵੀ ਤੇਰੇ ਘਰ ਦਾ ਕੀ ਹਾਲ ਹੈ, ਕੋਈ ਪੁੰਨਦਾਨ ਕਰਦੇ ਹੈ, ਕੋਈ ਚੰਗਾ ਕੰਮ ਕਰਦੇ ਹੈ, ਕੋਈ ਸਤਸੰਗ ਕਰਦੇ ਹੈ, ਕੋਈ ਨਾਮ ਜਪਦੇ ਹੈ, ਕੋਈ ਬਾਣੀ ਪੜ੍ਹਦੇ ਹੈ, ਅੰਮ੍ਰਿਤ ਵੇਲੇ ਉੱਠਦੇ ਹੈ, ਤੇ ਤੂੰ ਕਿਹਾ ਨਹੀਂ ਵੀ ਬਾਸੀ ਬੇਹੀਆਂ ਖਾਂਦੇ ਨੇ। ਕਹਿੰਦੀ ਮੈਂ ਕਿਹਾ ਸੀ ਵੀ ਪਿਛਲੇ ਜਨਮ ਦਾ ਬੀਜਿਆ ਹੋਇਆ ਖਾਈ ਜਾ ਰਹੇ ਨੇ, ਅੱਗੇ ਵਾਸਤੇ ਕੋਈ ਨਹੀਂ ਬੀਜਦੇ। ਉਹ ਕਹਿੰਦੇ ਪੱਟਿਆ ਪਹਾੜ ਨਿਕਲਿਆ ਚੂਹਾ। ਇੰਨੀ ਕੁ ਗੱਲ ਤੇ ਕਿੰਨਾ ਰੌਲਾ ਪਾ ਲਿਆ। ਖਬਰਦਾਰ ਐਵੇਂ ਨਾ ਲੜਿਆ ਕਰੋ, ਧਿਆਨ ਰੱਖਿਆ ਕਰੋ। 7 ਵਚਨ ਛੱਡ ਕੇ ਲੜਕੀ ਨੂੰ ਚਲੇ ਗਏ। ਤੇ ਹੁਣ ਸਾਧ ਸੰਗਤ ਰਹਿੰਦੀ ਹੈ ਘਰ ਦੇ ਵਿੱਚ। ਉਹ ਕਹਿੰਦੇ ਉਹ ਪਹਿਲੇ ਸਮੇਂ ਵਿੱਚ ਤੁਹਾਨੂੰ ਪਤਾ ਛੋਲੇ ਆਮ ਹੁੰਦੇ ਸੀ, ਹੁਣ ਤੇ ਮਹਿੰਗੇ ਬਹੁਤ ਹੋ ਗਏ। ਛੋਲਿਆਂ ਦੀਆਂ ਰੋਟੀਆਂ ਪਕਾ ਕੇ ਕਹਿੰਦੇ ਦੇ ਦਿਆ ਕਰ, ਮਾੜੇ ਮੰਗਤੇ ਨੂੰ ਸਾਧੂ ਆਵੇ। ਐਵੇਂ ਨਾ ਕਣਕ ਦੇ ਪਰੌਂਠੇ ਬਣਾ ਕਰਕੇ ਦਿਆ ਕਰ, ਐਵੇਂ ਜਿਵੇਂ ਕਰਦੀ ਹੈ। ਪਰ ਹੈ ਸਤਸੰਗ ਕਰਨ ਵਾਲੀ ਸੀ, ਸੋਝੀ ਸੀ ਵੀ ਜੋ ਕੁਛ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ। ਕਿਸੇ ਨੂੰ ਦੋਸ਼ ਨਾ ਦੇਈ, ਸਾਡੇ ਆਪਣੇ ਕਰਮਾਂ ਉੱਪਰ ਨਿਬੜਾ। ਜੇ ਲੋਚਿਆ ਸਭ ਕੋਏ, ਕਰਮਾਂ ਤੇ ਨਿਬੜ। ਫਲ ਤੇਰੇ ਦੀ ਸਾਡੇ ਨੇੜੇ ਹੀ ਹਾਂ ਸੰਤ ਮਹਾਰਾਜ ਜੀ ਦਾ ਜਨਮ ਸਥਾਨ ਨਗਰ ਸ੍ਰੀ ਮਨ ਸੰਤ ਬਾਬਾ ਮੀਆਂ ਸਿੰਘ ਮਹਾਰਾਜ ਜੀ ਦਾ ਸਿਆੜ ਨਗਰ। ਇੱਥੋਂ ਤੇ ਗੁਰਮੁਖ ਪਿਆਰੇ ਹੁੰਦੇ ਸੀ, ਅੱਖਾਂ ਤੋਂ ਸੂਰਮੇ, ਜਿਨ੍ਹਾਂ ਦਾ ਨਾਮ ਬਾਬਾ ਦਇਆ ਸਿੰਘ ਸੀ। ਦਾਸ ਨੇ ਦਰਸ਼ਨ ਕਰੇ ਇਹਨਾਂ ਦੇ। ਸੋ ਅੱਖਾਂ ਤੋਂ ਸੂਰਮੇ ਸੀ ਉਹ। ਜ਼ਿਆਦਾ ਨਗਨ ਰਿਹਾ ਕਰਦੇ, ਕਛਹਿਰਾ ਪਾਇਆ ਹੁੰਦਾ, ਖੀਸ ਦੀ ਗਿਲਤੀ ਮਾਰ ਕੇ ਰੱਖਦੇ, ਦਸਤਾਰ ਬੜੀ ਸੋਹਣੀ ਬੰਨ੍ਹਦੇ, ਅਤੇ ਹੱਥ ਵਿੱਚ ਸੋਟਾ ਫੜਿਆ ਹੁੰਦਾ। ਕਈ ਵਾਰੀ ਨਹਿਰ 'ਤੇ ਕਿਨਾਰੇ ਪਏ ਹੁੰਦੇ, ਸੱਪ ਮੈਂ ਫਿਲੀ ਜਾਂਦੇ ਸੀ ਕੋਲੇ, ਕੁਛ ਨਹੀਂ ਸੀ ਕਹਿੰਦੇ, ਬੰਦਗੀ ਵਾਲੇ ਸੀ। ਆਸਾ ਦੀ ਵਾਰ, ਹੋਰ ਵੀ ਬਹੁਤ ਗੁਰਬਾਣੀ ਯਾਦ ਸੀ ਉਹਨਾਂ ਦੇ। ਉਹਨਾਂ ਨੂੰ ਇੱਕ ਦਿਨ ਪੁੱਛਿਆ ਇਕੱਠੇ ਹੋ ਕੇ ਵੀ ਬਾਬਾ ਜੀ ਤੁਹਾਡੀਆਂ ਅੱਖਾਂ ਕੀ ਜਨਮ ਤੋਂ ਹੀ ਨਹੀਂ ਹਨ ਜਾਂ ਬਾਅਦ ਦੇ ਵਿੱਚ? ਪਹਿਲਾਂ ਤਾਂ ਉਹ ਟਾਲਦੇ ਰਹੇ,
ਫਿਰ ਉਹ ਕਹਿਣ ਲੱਗੇ ਮਨੁੱਖਾ ਜਨ ਦਾ ਲਾਹਾ ਲਿਆ ਕਰੋ, ਇਹ ਨਹੀਂ ਐਵੇਂ ਹੀ ਨਾ ਗਵਾਇਆ ਕਰੋ, ਕਰਮਾਂ ਦਾ ਫਲ ਭੋਗਣਾ ਪੈਂਦਾ, ਜਿਹੋ ਜਿਹੇ ਕਰਮ ਕਰਾਂਗੇ। ਨਹੀਂ ਦੱਸੋ ਤਾਂ ਸਹੀ ਤੁਸੀਂ। ਕਹਿੰਦੇ ਮੈਂ ਵੀ, ਅਸੀਂ ਉਦੋਂ ਡੰਗਰ ਚਾਰ ਦਿੰਦੇ ਸੀ, ਕਹਿੰਦੇ ਮੈਂ ਵੀ ਤੁਹਾਡੇ ਵਾਂਗੂ ਛੋਟਾ ਹੁੰਦਾ ਡੰਗਰ ਚਾਰਦਾ ਹੁੰਦਾ, ਅਤੇ ਡੰਗਰ ਚਾਰਨ ਜਾਣੇ, ਕਿੱਕਰਾਂ ਦੀਆਂ ਸੂਲਾਂ ਤੋੜ ਲੈਣੀਆਂ, ਕਿੱਕਰ ਦੇ ਉੱਪਰ ਇੱਕ ਛੋਟਾ ਜਿਹਾ ਜਾਨਵਰ ਹੁੰਦਾ, ਉਹਨੂੰ ਟਿੱਡਾ ਕਹਿੰਦੇ ਨੇ, ਮੱਖੀ ਜਿੱਡਾ ਕੀ ਹੁੰਦਾ ਉਹ ਟਿੱਡਾ ਫੜ ਲੈਣਾ, ਉਹਦੀਆਂ ਅੱਖਾਂ 'ਚ ਸੂਲਾਂ ਮਾਰਨੀਆਂ, ਉਹਨੇ ਤੜਫਣਾ ਤੜਫਣਾ ਹੀ ਆ, ਦੁੱਖ ਹੋ ਰਿਹਾ, ਉਹਨੇ ਤੜਫਣਾ, ਕਹਿੰਦੇ ਅਸੀਂ ਖੁਸ਼ ਹੋਣਾ। ਬਸ ਥੋੜ੍ਹਾ ਹੀ ਸਮਾਂ ਲੰਘਿਆ, ਚੇਚਕ ਨਿਕਲਿਆ ਹੀ, ਮਾਤਾ ਨਿਕਲਿਆ ਹੀ, ਸਾਰੇ ਸਰੀਰ 'ਤੇ ਛਾਲੇ ਹੋ ਗਏ, ਫੋਟਕ ਹੋ ਗਏ, ਅਤੇ ਸਰੀਰ ਤਾਂ ਠੀਕ ਹੋ ਗਿਆ, ਪਰ ਉਦੋਂ ਦੀਆਂ ਅੱਖਾਂ ਚਲੀਆਂ ਗਈਆਂ, ਪਾਏ ਕੁਹਾੜਾ ਮਾਰਿਆ ਵਾਲੀ ਗੱਲ ਹੋਈ ਹੈ। ਹੁਣ ਅਸੀਂ ਸੋਚਦੇ ਹਾਂ ਵੀ ਕਿਸੇ ਦਾ ਦੋਸ਼ ਨਹੀਂ, ਇਹ ਆਪਣਾ ਦੋਸ਼ ਹੈ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਹਾਂ, ਭਾਈ ਗੁਰਦਾਸ ਜੀ ਦਾ ਇੱਕ ਬਚਨ ਹੋਰ ਆਪ ਜੀ ਨਾਲ, ਕਿਉਂਕਿ ਸੰਗਤ, ਇਸ ਸੰਗਤ 'ਤੇ ਕਿਰਪਾ ਹੈ ਬਹੁਤ, ਸਾਧ ਸੰਗਤ ਪਿਆਰ ਨਾਲ ਸਰਵਣ ਕਰਦੇ ਹਾਂ। ਸੋ ਭਾਈ ਸਾਹਿਬ ਜੀ ਨੇ ਕਥਨ ਕੀਤਾ ਜੁਗਾਂ ਦੀ ਬਾਬਤ, ਸਤਿਯੁਗ ਇੱਕ ਵਿਗਾੜਦਾ ਤਿਸ ਪਿੱਛੇ ਫੜ ਦੇਸ ਪੀੜਾਈ। ਸਤਿਯੁਗ ਦੇ ਵਿੱਚ ਇੱਕ ਵਿਗਾੜਦਾ ਸੀ, ਬੇਣੂ ਰਾਜਾ ਹੋਇਆ, ਉਹਨੇ ਪਾਪ ਕਰਮ ਕਰਿਆ। ਰਾਜੇ ਚੁੱਲੀ ਨਿਆਬ ਕੀ ਹੁੰਦੀ ਹੈ, ਪਰ ਉਹਨੇ ਪਾਪ ਕਰਮ ਕਰਿਆ, ਸੰਗਤ ਵਿੱਚ ਨਹੀਂ ਬੇਨਤੀ ਕਰਨ ਵਾਲੇ, ਪਾਪ ਕਰਮ ਕਰਿਆ, ਖੋਟਾ ਕਰਮ ਕਰਿਆ, ਸਾਰੇ ਦੇਸ਼ ਨੂੰ ਭੋਗਣਾ ਪਿਆ। ਹਜ਼ਾਰਾਂ ਵਰ੍ਹੇ ਗਰਮ ਰੇਤ ਦੀ ਬਾਰਿਸ਼ ਹੁੰਦੀ ਰਹੀ। ਇਹ ਕੱਲ੍ਹ ਬੇਨਤੀ ਕਰੀ ਸੀ ਵੀ ਲੱਖਾਂ ਵਰ੍ਹਿਆਂ ਦੀ ਉਮਰ ਹੁੰਦੀ ਸੀ ਉਦੋਂ। ਸਤਿਯੁਗ ਇੱਕ ਵਿਗਾੜਦਾ ਤਿਸ ਪਿੱਛੇ ਫੜ ਦੇਸ ਪੀੜਾਏ। ਤ੍ਰੇਤਾ ਨਗਰੀ ਬਗਲੀ ਹੈ, ਤ੍ਰੇਤੇ ਦਾ ਸਮਾਂ ਆ ਗਿਆ, ਨਗਰੀ ਨੂੰ ਸਾਧ ਸੰਗਤ ਰਾਵਣ ਨੇ ਖੋਟਾ ਕਰਮ ਕਰਿਆ, ਸਾਰੇ ਜਾਣਦੇ ਆ, ਅਤੇ ਸਾਰੇ ਲੰਕਾ ਨੂੰ ਭੋਗਣਾ ਪਿਆ। ਤ੍ਰੇਤਾ ਨਗਰੀ ਬਗਲੀ ਹੈ, ਦੁਆਪਰ ਨਰਕ ਵੰਸ਼ ਸਮਾਏ। ਦੁਆਪਰ ਦੇ ਵਿੱਚ ਇੱਕ ਕਰਦਾ, ਸਾਰੀ ਵੰਸ਼ ਨੂੰ ਭੋਗਣਾ ਪੈਂਦਾ। ਸਾਂਬੇ ਨਾਮ ਦੇ ਲੜਕੇ ਨੇ ਮਹਾਂਪੁਰਖਾਂ ਨੂੰ ਮਖੌਲ ਕੀਤਾ, ਕਹਿੰਦੇ ਐਵੇਂ ਢਕਵੰਜ ਕਰਿਤ ਕਰਦਾ ਫਿਰਦਾ ਸਾਧੂ। ਲੜਕੀਆਂ ਵਾਲੇ ਕੱਪੜੇ ਪਵਾ ਲਏ, ਪੇਟ ਦੇ ਉੱਪਰ ਇੱਕ ਬਾਟਾ ਬੰਨ੍ਹ ਲਿਆ, ਕੱਪੜੇ ਹੋਰ ਬੰਨ੍ਹ ਲਏ। ਧਰਵਾਸਾ ऋषि जी के पास, संत जी महापुरखो बताओ, जे लड़की के पेट से लड़का पैदा होगा या लड़की पैदा होगी। वो कहने लगा, बच्चों जाओ, साधु संतां नूं मखौल नहीं करीदा हुंदा, संतन सेती मस्करी कुल डोबन की रीत। भागवंत सेवा करन हुजदा करन पलीत, भागां वाले सेवा करके लाहा लै लैंदे ने। साधु जी अतीत ताकी निंदा ना ही कीजै, लैके अनमोल पाप सीस ना चढ़ीजी है। ਇੱਕ ਤਾਂ ਹੁੰਦੇ ਨੇ ਮੁੱਲ ਪਾਪ ਲੈਣੇ, ਪਰ ਨਿੰਦਾ ਤਾਂ ਸਾਸਨ ਹਰਕ ਦੀ ਹੀ ਮਾੜੀ ਹੈ, ਪਰ ਜੇ ਸਾਧੂ ਸੰਤ ਦੀ ਨਿੰਦਾ ਕਰ ਦਿੱਤੀ ਜਾਵੇ, ਉਹਦਾ ਤਾਂ ਦੋਸ਼ ਉਤਰਦਾ ਹੀ ਕੋਈ ਨਹੀਂ ਹੈ। ਸਾਧੂ ਜੇ ਅਤੀਤਤਾ ਕੀ ਨਿੰਦਾ ਨਾ ਹੀ ਕੀਜੈ, ਲੈ ਕੇ ਅਨਮੋਲ ਪਾਪ ਸੀਸ ਨਾ ਚੜੀਜੀ ਹੈ। ਚਰਚਾ ਜੇ ਕੀਜੈ, ਕ੍ਰੋਧ ਰਿਦੇ ਤੇ ਨਵਾਰ ਦੀਜੈ। ਸ਼ੁਭ ਬਚ ਕਹੈ, ਕੋਲੋਂ ਚੰਗੇ ਬਚਨ ਕਹਿ। ਫਿਰ ਤੈਨੂੰ ਵੀ ਉਹਨਾਂ ਕੋਲੋਂ ਅਮੋਲਕ ਬਚਨ, ਕੀ ਪਤਾ ਕਿਹੜਾ ਇੱਕ ਬਚਨ ਹਿਰਦੇ 'ਚ ਵਸ ਗਿਆ, ਬੇੜਾ ਪਾਰ ਹੋ ਜੂ। ਉਹਨਾਂ ਤੋਂ ਵੀ ਅਮੋਲਕ ਬਚਨ ਤੈਨੂੰ ਪ੍ਰਾਪਤ ਹੋਣਗੇ। ਬਤਾਓ ਲੜਕੀ ਪੈਦਾ ਹੋਗੀ ਜਾਂ ਲੜਕਾ, ਜਦੋਂ ਬਾਰ-ਬਾਰ ਕਹੀ ਗਏ, ਕਹਿੰਦੇ ਉਹ ਪੈਦਾ ਹੋਗਾ ਜੋ ਤੁਮਾਰੀ ਕੁਲ ਕਾ ਨਾਸ਼ ਕਰ ਦੇਗਾ। ਕਰ ਲੈ, ਮਹਾਂਪੁਰਖਾਂ ਨੂੰ ਮਖੌਲ ਕਰ ਲੈ। ਪਛਤਾਵਾ ਹੋਇਆ ਪਰ ਅਬ ਪਛਤਾਏ ਕਿਆ ਹੋਤ, ਜਬ ਚਿੜੀਆ ਚੁਗ ਗਈ ਖੇਤ। ਹੁਣ ਸਮਾਂ ਲੰਘ ਗਿਆ, ਹੁਣ ਤਾਂ ਸਾਧ ਵਚਨ ਟਲਾਦਾ ਹੀ ਹੋਣਾ ਹੈ, ਹੁਣ ਤੇ ਬਚਨ ਪੂਰਾ ਹੋਣਾ। ਕਿਉਂ? ਕਿਉਂਕਿ ਪ੍ਰਭ ਜੀ ਬਸੈ ਸਾਧ ਕੀ ਰਸਨਾ। ਉੱਥੇ ਸਾਧ ਨਹੀਂ ਬੋਲ ਰਿਹਾ, ਉੱਥੇ ਪਰਮੇਸ਼ਰ ਬੋਲ ਰਿਹਾ ਹੈ। ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਓ, ਵਸਦਾ ਹੈ ਉੱਥੇ। ਤੇ ਕਹਿੰਦੇ ਮੁੱਦਾ ਹੀ ਖਤਮ ਕਰ ਦਿਓ, ਐਵੇਂ ਬੋਲੀ ਜਾਂਦਾ ਸਾਧ। ਉਹ ਬਾਟਾ ਲਿਆ, ਨਦੀ ਕਿਨਾਰੇ ਜਾ ਕੇ ਜਿਉਂ ਰਗੜਨ ਲੱਗੇ ਐਨ ਖਤਮ ਕਰ ਦਿੱਤਾ, ਚੂਰਾ ਚੂਰਾ ਹੋ ਗਿਆ। ਥੋੜ੍ਹਾ ਜਿਹਾ ਰਹਿ ਗਿਆ ਜਿਹੜਾ ਹੱਥ 'ਚ ਫੜਿਆ ਹੋਇਆ, ਹੋਰ ਨਹੀਂ ਰਗੜਿਆ ਜਾ ਰਿਹਾ, ਉਹਨੂੰ ਨਦੀ ਵਿੱਚ ਸੁੱਟ ਦਿੱਤਾ। ਮੱਛੀ ਨਿਕਲ ਗਈ, ਉਹ ਚੂਰੇ ਤੋਂ ਕਹਿੰਦੇ ਦੱਬ ਪੈਦਾ ਹੋਈ, ਤੇ ਮੱਛੀ ਚਾਕ ਕਰੀ ਮਛੇਰੇ ਨੇ, ਉਹ ਨਿਕਲਿਆ। ਉਹ ਸਾਧ ਸੰਗਤ ਬੱਧਕਾਇਆ ਭਾਲਦਾ, ਪੜ੍ਹਦੇ ਹੁੰਦੇ ਆਪਾਂ। ਸ਼ਿਕਾਰੀ ਨੇ ਆਪਣੇ ਤੀਰ ਦੇ ਮੂਹਰੇ ਮੁਖੀ ਲਾ ਲਈ, ਉਹ ਸ਼ਰਾਬ ਪੀਤੀ, ਯਾਦਵ ਕੁਲ ਦਾ ਨਾਸ ਹੋ ਗਿਆ, ਆਪਸ ਵਿੱਚ ਲੜ ਕੇ ਮਰ ਗਏ। ਰਹਿ ਗਏ ਕ੍ਰਿਸ਼ਨ ਜੀ, ਮੁੱਦਾ ਰਹਿ ਗਿਆ। ਦੁਆਪਰ ਨਰਕ ਵਰਸ ਸੁਮਹਾਏ, ਤੇ ਬੱਧਕਾਇਆ ਭਾਲਦਾ, ਮਿਰਗਿਆ ਜਾਨ ਬਾਣ ਲੈ ਮਾਰੇ।
ਜਦੋਂ ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਵਾਂਗੂ ਤਾਰੇ ਤਾਰੇ ਦੀ ਤਰ੍ਹਾਂ ਚਮਕ ਰਿਹਾ ਹੈ। ਦੇਖਿਆ ਮਿਰਗ ਦੀ ਅੱਖ ਹੈ, ਲੈ ਕੇ ਤੀਰ ਮਾਰਿਆ, ਨਿਸ਼ਾਨਾ ਹੋ ਗਿਆ ਕ੍ਰਿਸ਼ਨ ਜੀ ਦਾ, ਜੋ ਤੀਰ ਕਮਾਨ ਸੇ ਨਿਕਲ ਗਿਆ। ਧਿਆਨ ਨਾਲ ਹੀ ਮਾਰੀ, ਖਿਆਲ ਕਰੀ, वो तीर का पीछा कौन करे, जो बीत गई सो बीत गई, बीती पे शिकवा कौन करे। बताउण लगे ही ध्यान करी भी संगत तो दूर ना चले जाई। ते साध संगत जाके रोया भी बहुत, सब कुछ होया आपां जाणदे हां, पर गल विच लीता कृष्ण जी तेरा कसूर नहीं, औलाद ही माड़ी पैदा हो गई। सो भाई गुरदास जी कहते ने विचार चलदी चलदी अगे चली जाती है, पर सतयुग माड़ा नहीं। महाराज जी कहते सतयुग चंगा है, जो फेड़े सो फड़ींदा, कलयुग सच्चा न्याय कराए। ਜਿਹੜਾ ਕਰਮ ਕਰਦਾ ਹੈ ਉਸ ਨੂੰ ਉਹਦਾ ਫਲ ਪ੍ਰਾਪਤ ਹੁੰਦਾ। ਕਲਯੁਗ ਦੇ ਵਿੱਚ ਦੂਜੇ ਨੂੰ ਕੋਈ ਨਹੀਂ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ, ਦੂਜੇ ਦੀ ਜਗ੍ਹਾ ਦੂਸਰਾ ਨਹੀਂ। ਜਿਹਨੇ ਕਰਮ ਕਰਨਾ ਹੈ ਉਹਨੂੰ ਹੀ ਉਹ ਫਲ ਪ੍ਰਾਪਤ ਹੋਣਾ ਹੈ। ਤੇ ਛੋਲਿਆਂ ਦੀਆਂ ਰੋਟੀਆਂ ਪਕਾ ਪਕਾ ਕੇ ਖਿਲਾ ਰਹੀ ਹੈ, ਜੀ ਨਹੀਂ ਕਰਦਾ, ਪਰ ਸਿੱਖਿਆ ਦੇਣੀ ਹੈ। ਸਿਆਣੀਆਂ ਲੜਕੀਆਂ ਮੰਨੈ ਪਰਿਵਾਰ ਐਸਾ ਆਧਾਰ। ਤਾਰਾ ਰਾਣੀ ਦੀ ਸਾਖੀ ਸਰਵਣ ਕਰਦੇ ਰਹਿੰਦੇ ਹੋ। ਨਾਲੇ ਤਾਰਿਆ ਹਰੀ ਚੰਦ ਰਾਜਾ, ਅੱਧੀ ਅੱਧੀ ਪੜਿਓ ਜੀ। ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਾਰਗੀ। ਨਾਲੇ ਤਾਰਿਆ ਹਰੀ ਚੰਦ ਰਾਜਾ ਜੀ, ਨਾਲੇ ਰਾਣੀ ਆਪ ਤਾਰਗੀ। ਨਾਲੇ ਰਾਣੀ ਆਪ ਤਾਰਗੀ। ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਾਰਗੀ। ਆਓ ਜਿਨ੍ਹਾਂ ਲੜਕੀਆਂ ਨੂੰ ਪੇਕੇ ਘਰ ਦੇ ਵਿੱਚੋਂ ਗੁਰਮਤਿ ਦੀ ਗੁੜਤੀ ਪ੍ਰਾਪਤ ਹੋਈ ਹੈ, ਉਹ ਸਹੁਰੇ ਘਰ ਦਾ ਸੁਧਾਰ ਕਰ ਲੈਂਦੀਆਂ ਨੇ, ਭਾਵੇਂ ਕਿ ਦੁੱਖ ਕਿੰਨੇ ਝੱਲਣੇ ਪੈਣ। ਸੋ ਅੱਜ ਕਿਤੇ ਸਾਧ ਸੰਗਤ ਸੱਸ ਜਾਣ ਲੱਗੀ, ਪਾਸੇ ਜਾਣ ਲੱਗੀ, ਮਕਾਨ ਵਗੈਰਾ ਜਾਣ ਲੱਗੀ, ਧੀਏ ਤੇਰੇ ਸਹੁਰੇ ਦਾ ਧਿਆਨ ਰੱਖੀ। ਕੋਈ ਗੱਲ ਨਹੀਂ ਮਾਤਾ ਜੀ, ਮੇਰੇ ਬਾਪੂ ਜੀ ਨੇ ਤੇ ਉਹੀ ਛੋਲਿਆਂ ਦੀ ਰੋਟੀ ਐਨ ਚੰਗੀ ਤਰ੍ਹਾਂ ਰਾੜ ਕਰਕੇ ਠੰਡੀ ਕਰਕੇ ਥਾਲ 'ਚ ਰੱਖ ਕੇ, ਨਾਲ ਉਹ ਜਿਹੜੇ ਮੰਗਤਿਆਂ ਨੂੰ ਗੰਢੇ ਵਗੈਰਾ ਅਚਾਰ ਉਹੀ ਰੱਖ ਕੇ, ਪਾਣੀ ਦਾ ਗਲਾਸ ਨਾਲ ਰੱਖਿਆ। ਬਾਪੂ ਜੀ ਪ੍ਰਸ਼ਾਦਾ ਛਕ ਲਓ। ਬਾਪੂ ਨੇ ਕਹਿੰਦੇ ਬੁਰਕੀ ਮੂੰਹ 'ਚ ਪਾਈ, ਦੰਦ ਹੈ ਨਹੀਂ, ਨਾ ਅੱਗੇ ਜਾ ਰਹੀ ਹੈ ਨਾ ਬਾਹਰ ਨਿਕਲ ਰਹੀ ਹੈ। ਦੇਖਿਆ ਪਾਣੀ ਦੀ ਘੁੱਟ ਭਰ ਲਓ, ਪਾਣੀ ਦੀ ਘੁੱਟ ਭਰ ਕੇ ਅੱਗੇ ਲੰਘਾ ਲਈ, ਬਾਕੀ ਦੀ ਰੋਟੀ ਸਿਰਹਾਣੇ ਹੇਠਾਂ ਰੱਖ ਲਈ। ਜਦੋਂ ਆਈ ਸਾਸੇ ਦੀ, ਕਹਿਣ ਲੱਗੀ ਤੂੰ ਲੜਕੀ ਨੂੰ ਸਮਝਾ ਕੇ ਨਹੀਂ ਗਈ। ਕਹਿਣ ਲੱਗਿਆ ਕੀ ਗੱਲ ਹੋ ਗਈ? ਆਹ ਦੇਖ ਰੋਟੀਆਂ ਮੇਰੇ ਖਾਣ ਵਾਲੀਆਂ ਨੇ। ਬਸ ਫਿਰ ਉਹੀ ਸਾਧ ਸੰਗਤ ਕਲੇਸ਼, ਸਾਨੂੰ ਮਾਰ ਕੇ ਰਾਜੀ ਨਹੀਂ। ਮਾਂ ਜੀ ਤੁਸੀਂ ਮੇਰੇ ਰੱਬ ਹੋ, ਮਾਤ ਪਿਤਾ ਗੁਰ ਕੀ ਭਗਤ, ਜਪ ਤਪ ਗੁਣ ਨਿਗਰੇ। ਸ਼ਾਸਤਰਾਂ ਦਾ ਕਥਨ ਹੈ, ਮਾਂ ਪਿਓ ਦੀ ਸੇਵਾ ਜਿਹਨੇ ਕਰ ਲਈ ਉਹਨੇ ਰੱਬ ਦੀ ਸੇਵਾ ਕਰ ਲਈ ਹੈ। ਜਪ ਤਪ ਕਰ ਲਿਆ ਹੈ ਉਹਨੇ, ਨਿਗ੍ਰਹਿ ਕਰ ਲਿਆ ਹੈ। ਜਿਹਨੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ, ਸਾਸੂ ਨੇ ਦੁਨੀਆ ਤੋਂ ਖੱਟੇ ਹੀ ਕੁਝ ਨਹੀਂ। ਮਾਂ ਪਿਓ ਪਰ ਹਰ ਸੁਣੈ ਵੇਦ। ਭਾਈ ਗੁਰਦਾਸ ਜੀ ਕਹਿੰਦੇ ਨੇ ਭੇਦ ਨਾ ਜਾਣਾ ਕਥਾ ਕਹਾਣੀ। ਜਿੰਨੇ ਮਰਜ਼ੀ ਵੇਦ ਸੁਣੀ ਜਾ, ਗੁਰਬਾਣੀ ਸੁਣੀ ਜਾ, ਉਹਦਾ ਭੇਦ ਨਹੀਂ ਜਾਣਿਆ। ਮਾਂ ਪਿਓ ਪਰ ਹਰ ਨਹਾਵਣਾ, 68 ਤੀਰਥ ਘੁੰਮਣ ਪਾਣੀ। 68 ਤੀਰਥਾਂ 'ਤੇ ਨਹਾਇਆ ਮਾਂ ਪਿਓ ਨੂੰ ਛੱਡ ਕੇ। ਮੰਨੋ ਘੁੰਮਣ ਬਾਣੀ ਜਿਹੜੀ ਸਾਧ ਸੰਗਤ ਨਹਿਰ 'ਤੇ ਧਾਰਾਂ ਵਾਲਾ ਪੁਲ ਹੁੰਦਾ, ਉਹਦੇ ਵਿੱਚ ਗਿਰਨਾ ਹੈ। ਮੰਨੋ ਮਾਂ ਪਿਓ ਪਰ ਹਰ ਕਰੈ ਤਪ, ਭਰਮੇ ਭੂਲਾ ਫਿਰੈ ਬਵਾਣੀ। ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਕਹਿੰਦੇ ਉਹ ਤਾਂ ਬੇਈਮਾਨ ਹੈ ਮਾਂ ਪਿਓ ਦਾ ਛੱਡ ਕੇ, ਜਿੰਨਾ ਮਰਜ਼ੀ ਦਾਨ ਕਰੀ ਜਾ ਤੂੰ। ਸੋ ਮਾਂ ਪਿਓ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਸਾਧ ਸੰਗਤ ਮਾਂ ਪਿਓ ਵੀ ਆਪਣੇ ਬੱਚੇ ਨੂੰ ਇਹੀ ਸਿੱਖਿਆ ਦੇਣ, ਗੁਰਮਤਿ ਦੀ ਸਿੱਖਿਆ ਦੇਣ। ਮਹਾਰਾਜ ਕਿਰਪਾ ਕਰਨ। ਫਿਰ ਆ ਜੋ ਕਲੰਕ ਲੱਗਿਆ ਹੈ ਸਾਡੇ ਸਾਧ ਸੰਗਤ ਬਿਰਧ ਆਸ਼ਰਮ ਖੁੱਲ੍ਹ ਰਹੇ ਨੇ, ਅਤੇ ਉਹ ਨਾ ਲੋੜ ਪਵੇ ਇਹ ਚੀਜ਼ ਦੀ। ਸੋ ਇਸ ਕਰਕੇ ਕਹਿਣ ਲੱਗੀ ਨਾ ਮਾਤਾ ਜੀ ਤੁਸੀਂ ਤਾਂ ਮੇਰੇ ਰੱਬ ਹੋ। ਕਹਿੰਦੇ ਫਿਰ ਆਹ ਰੋਟੀ। ਕਹਿੰਦੇ ਮਾਂ ਜੀ ਇੱਕ ਮੇਰੇ ਸਵਾਲ ਦਾ ਜਵਾਬ ਦਿਓ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣੇ ਹੈ। ਦੱਸੋ ਆਪਾਂ ਕੀ ਬੀਜਿਆ? ਕਹਿੰਦੇ ਮੱਕੀ ਬੀਜੀ ਹੈ। ਕਹਿੰਦੇ ਮਾਂ ਜੀ ਦੱਸੋ ਫਿਰ ਕਣਕ ਵੱਢਾਂਗੇ? ਕਹਿੰਦੇ ਦਿਮਾਗ ਖਰਾਬ ਹੋ ਗਿਆ, ਮੱਕੀ ਬੀਜੀ ਹੈ, ਮੱਕੀ ਵੱਢਾਂਗੇ।
ਕਣਕ ਬੀਜੀ ਹੈ, ਕਣਕ ਵੱਢਾਂਗੇ, ਛੋਲੇ ਬੀਜੇ, ਛੋਲੇ ਵੱਢਾਂਗੇ, ਜੋ ਬੀਜਾਂਗੇ ਉਹੀ ਵੱਢਾਂਗੇ। ਕਹਿੰਦੇ ਮਾਂ ਜੀ ਫਿਰ ਆਪਾਂ ਛੋਲਿਆਂ ਦੀਆਂ ਰੋਟੀਆਂ ਖਾਣ ਨੂੰ ਦਿੰਦੇ ਹਾਂ, ਆਪਾਂ ਨੂੰ ਛੋਲਿਆਂ ਦੀਆਂ ਰੋਟੀਆਂ ਅੱਗੇ ਮਿਲਣੀਆਂ ਨੇ, ਤੁਹਾਡੇ ਕੋਲੋਂ ਖਾਧੀਆਂ ਨਹੀਂ ਜਾਣੀਆਂ, ਮੈਂ ਤੁਹਾਨੂੰ ਪਹਿਲਾਂ ਸਿਖਾ ਰਹੀ ਹਾਂ ਵੀ ਐਂ ਖਾਣੀਆਂ ਸਿੱਖ ਲਓ। ਅੱਖਾਂ ਖੁੱਲ੍ਹ ਗਈਆਂ ਧੀਏ, ਅੱਜ ਤੋਂ ਬਾਅਦ ਛੋਲਿਆਂ ਦੀਆਂ ਰੋਟੀਆਂ ਨਹੀਂ, ਅੱਜ ਤੋਂ ਬਾਅਦ ਕਣਕ ਦੀਆਂ ਰੋਟੀਆਂ ਚੋਪੜ ਕੇ ਦਾਲ ਸਬਜ਼ੀ ਦੇ ਨਾਲ ਦਿਆ ਕਰ। ਸੋ ਆਓ ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਨੇ ਕਲਯੁਗ ਦਾ ਸਮਾਂ ਐਸਾ ਹੈ, ਜੋ ਫੇੜੇ ਸੋ ਫੜੀਂਦਾ, ਕਲਯੁਗ ਸੱਚਾ ਨਿਆਉ, ਕਲਯੁਗੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨਾ ਕਾਈ, ਬਿਨਾ ਭਜਨ ਭਗਵਾਨ ਦੇ ਭਾਉ ਭਗਤ ਬਿਨ ਠੌਰ ਨਾ ਠਾਈ, ਲਹੇ ਕਮਾਣਾ ਏਤ ਜੁਗ, ਪਿਛਲੀ ਜੁਗੀ ਕਰੀ ਕਮਾਈ। ਪਾਇਆ ਅੱਗੇ ਫਿਰ ਚੇਤਾਵਨੀ ਦਿੱਤੀ ਹੈ, ਮੈਨੂੰ ਵੀ ਆਪਾਂ ਸਾਰਿਆਂ ਨੂੰ ਚੇਤਾਵਨੀ ਦਿੱਤੀ ਹੈ, ਪਾਇਆ ਮਾਨਸ ਦੇਹ ਕੋ, ਬਈ 84 ਲੱਖ ਜੂਨੀ ਵਿੱਚ ਫਿਰਦਿਆਂ ਮਨੁੱਖਾ ਜਨ ਪ੍ਰਾਪਤ ਹੋਇਆ, ਪਾਇਆ ਮਾਨਸ ਦੇਹ ਕੋ, ਇੱਥੋਂ ਚੁੱਕਿਆ ਜੇ ਸਮਾਂ ਖੁੱਲ੍ਹ ਗਿਆ, ਫਿਰ ਇਹ ਅਵਸਰ ਚਰੈ ਨਾ ਹੱਥ, ਫੇਰ ਨਹੀਂ ਸਮਾਂ ਮਿਲਣਾ, ਇੱਥੋਂ ਚੁੱਕਿਆ ਠੌਰ ਨਾ ਠਾਈ। ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ, ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਮਨਾ ਮੇਰਿਆ ਜੁਗਾਂ ਦੇ ਜੁਗ ਬੀਤ ਜਾਣਗੇ, ਮਨਾ ਮੇਰਿਆ ਜੁਗਾਂ ਦੇ ਜੁਗ ਬੀਤ ਜਾਣਗੇ, ਮਨਾ ਮੇਰਿਆ ਜੁਗਾਂ ਦੇ ਜੁਗ ਬੀਤ ਜਾਣਗੇ, ਮਨਾ ਮੇਰਿਆ ਜੁਗਾਂ ਦੇ ਜੁਗ ਬੀਤ ਜਾਣਗੇ। ਮਨਾ ਮੇਰਿਆ ਜੁਗਾਂ ਦੇ ਜੁਗ ਬੀਤ ਜਾਣਗੇ, ਮਨਾ ਮੇਰਿਆ ਜੁਗਾਂ ਦੇ ਜੁਗ ਬੀਤ ਜਾਣਗੇ। ਮੁੜ ਕੇ ਮਾਨਸ ਜਨਮ ਨੀ ਮਿਲਣਾ, ਜੁਗਾਂ ਦੇ ਜੁਗ ਬੀਤ ਜਾਣਗੇ, ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਮੁੜ ਕੇ ਮਾਨਸ ਜਨਮ ਨਹੀਂਓ ਲੱਭਣਾ, ਜੁਗਾਂ ਦੇ ਜੁਗ ਬੀਤ ਜਾਣਗੇ। ਬੜਾ ਲੰਮਾ ਸਮਾਂ ਫੇਰ ਤੇ ਲੰਘ ਜਾਣਾ ਹੈ, ਫੇਰ ਕਿਤੇ ਕੀ ਪਤਾ ਕਿੱਥੇ ਜਾ ਕਰਕੇ ਗਿਰੀਏ ਸਾਧ ਸੰਗਤ, ਪੰਜਾਬ ਹਰਿਆਣਾ ਯੂਪੀ ਜਾਂ ਨਾਗਾਲੈਂਡ ਜਾਂ ਹੋਰ ਕਿਤੇ ਦੇਸ਼ ਤੇ ਫਿਰ ਕਿਰਪਾ ਹੋਈ ਹੈ। ਅੱਜ ਪੂਰਨ ਗੁਰੂ ਆਪਾਂ ਨੂੰ ਜਿਹੜਾ ਗੁਰੂ ਸਾਧ ਸੰਗਤ ਜੀ ਐਸੇ ਗੁਰੂ ਕੋ ਬਲ ਬਲ ਜਾਈਏ, ਸ੍ਰੀ ਗੁਰੂ ਦਿਆਲ ਕੀ ਦਇਆ ਨਾਨ ਦੇਵ ਮੈਂ ਖੰਡ ਬ੍ਰਹਿਮੰਡ ਉਦੇ ਅਸਤਲੋ ਤਾਈ ਹੈ। ਜਿਹੜਾ ਗੁਰੂ ਮਹਾਰਾਜ ਦੀ ਮਗਰ ਮਗਰ ਤੁਰਿਆ ਫਿਰਦਾ ਆਪਣੇ ਗੁਰਸਿੱਖ ਦੇ ਗੁਰਸਿੱਖਾ, ਜੇ ਗਲਤੀ ਕਰ ਲਈ ਤੂੰ ਅਣਜਾਣਪੁਣੇ 'ਚ ਗਲਤੀ ਕਰ ਲਈ, ਆ ਜਾ ਮੈਂ ਤੈਨੂੰ ਬਖਸ਼ ਦਿਆਂ। ਨੰਦੇੜ ਸਾਹਿਬ ਪਹੁੰਚ ਗਏ ਮਹਾਰਾਜ ਜੀ, ਆ ਥੇੜੀ ਨਗਰ ਇੱਥੇ ਸਾਸਕ ਮਾਲਵੇ ਦੇ ਵਿੱਚ। ਭਾਈ ਪਰਮ ਸਿੰਘ ਨੂੰ ਹੁਕਮ ਹੋਇਆ, ਭਾਈ ਧਰਮ ਸਿੰਘ ਨੂੰ, ਭਾਈ ਰੂਪ ਚੰਦ ਦੀ ਕੁੱਲ ਦੇ ਵਿੱਚੋਂ ਸਨ, ਧਰਮ ਸਿੰਘ ਨੂੰ ਹੁਕਮ ਹੋਇਆ, ਧਰਮ ਸਿੰਘਾ ਕਿੱਕਰ ਤੇ ਚੜ੍ਹ ਜਾ। ਸਤ ਬਚਨ ਮਹਾਰਾਜ ਜੀ, ਮਹਾਰਾਜ ਜੀ ਕਹਿੰਦੇ ਕਾਂ ਦਾ ਆਲਣਾ ਹੈ, 3 ਬੱਚੇ ਨੇ, ਇੱਕ ਤੇਰੇ ਵੱਲ ਕਾਂ ਕਾਂ ਕਰਕੇ ਆਵੇ, ਉਹਦੀ ਫੜ ਕੇ ਗਰਦਨ ਮਰੋੜ ਦੇ। ਸਤ ਬਚਨ ਮਹਾਰਾਜ ਜੀ,
परम सिंह तर के तर खरे हो, धर्म सिंह तर ऊपर चरे हो। तीन होते ਤਿੰਨ ਸੀ ਬਚੇ ਸਾਧ ਸੰਗਤ। ਉਹਨਾਂ ਵਿੱਚੋਂ ਇੱਕ ਜਿਹੜਾ ਕਾਂ ਕਾਂ ਕਰਕੇ ਆਇਆ, ਉਹ ਫੜ ਕੇ ਉਹਦੀ ਗਰਦਨ ਮਰੋੜ ਕੇ ਥੱਲੇ ਸੁੱਟ ਦਿੱਤਾ। ਪਰਖ ਲਿਓ ਗਏ ਹੱਥ ਮਝਾਰੀ, ਤੁਰਤ ਗਰੀਬ ਤੋਰ ਕਰ ਡਾਰੀ। ਜਦੋਂ ਗਰਦਨ ਤੋੜ ਕੇ ਥੱਲੇ ਸੁੱਟੇ, ਮਹਾਰਾਜ ਜੀ ਬੜੇ ਹੱਸੇ, ਮਹਾਰਾਜ ਜੀ ਬੜੇ ਹੱਸੇ। ਗੁਰਸਿੱਖ ਦੇਖ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ, ਬਿਸਮਨ ਹੋਣ ਸਭ ਹੁਣ ਉਚਾਰਿਓ, ਪਾਤਸ਼ਾਹ ਇਹ ਕਿਉਂ ਮਰਵਾਇਓ। ਇਹ ਕੀ ਮਹਾਰਾਜ ਜੀ, ਸ਼ੇਰ ਦਾ ਸ਼ਿਕਾਰ ਕਰ ਲਿਆ ਆਪ ਜੀ ਨੇ, ਕਿੰਨਾ ਤਰਸ ਕਰਦੇ ਹੋ ਜੀਵਾਂ ਤੇ ਆਪ ਜੀ। ਕਾਂ ਦਾ ਬੱਚਾ ਇਹ ਕੀ ਮਾੜਾ ਕਰਦਾ ਸੀ, ਇਹ ਕਿਉਂ ਮਰਵਾਇਆ। ਮਰਿਓ ਅਕਾਰਥ, ਕਾਜ ਨਾ ਆਇਓ, ਅਕਾਰਥ ਮਰਿਆ, ਕਿਸੇ ਕੰਮ ਨਹੀਂ ਆਇਆ। ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਆਹ ਤੁਹਾਨੂੰ ਵਹਿਮ ਪੈ ਗਿਆ ਵੀ ਅਕਾਰਥ ਮਰਿਆ। ਮੇਰਾ ਕੰਮ ਕੋਈ, ਦੇਖੋ ਦੁਨੀਆ ਤੇ ਕੋਈ ਅਕਾਰਥ ਗਿਆ ਹੋਵੇ। ਉਹ ਮੈਂ 9 ਸਾਲ ਦੀ ਉਮਰ ਵਿੱਚ ਆਪਣੇ ਬਾਪੂ ਨੂੰ ਸ਼ਹੀਦ ਕਰਵਾਇਆ, ਅਕਾਰਥ ਥੋੜੋ। ਅੱਜ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਐਵੇਂ ਨਹੀਂ ਯਤੀਮ ਹੋਇਆ ਮੈਂ ਆਪਣੇ ਚਾਰੇ ਅਨੰਦਪੁਰ ਸਾਹਿਬ ਛੱਡਿਆ, ਤੁਸੀਂ ਆਨੰਦਾਂ ਨਾਲ ਘਰਾਂ ਵਿੱਚ ਵਸਦੇ ਹੋ। ਮੈਂ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਤੁਸੀਂ ਮੇਰੇ ਪੁੱਤਰ ਜਿਉਂਦੇ ਹਨ। ਪੁੱਤਰਨ ਕੀ ਸੀਸ ਪਰ ਵਾਰ ਦੀਏ ਸੁਤਚਾਰ। ਕੋਈ ਲੱਭੋ ਵੀ ਅਕਾਰਥ ਕੰਮ ਮੈਂ ਕਰਿਆ ਹੋਵੇ। ਤੁਹਾਨੂੰ ਕਿਵੇਂ ਲੱਗ ਗਿਆ ਵੀ ਅਕਾਰਥ ਹੈ। ਮਹਾਰਾਜ ਫਿਰ ਇਹ ਤਾਂ ਕਿਸੇ ਕੰਮ ਨਾ ਆਇਆ, ਇਹ ਕਿਉਂ ਮਰਵਾਇਆ। ਮਹਾਰਾਜ ਕਹਿੰਦੇ ਹਾਂ ਆਏ ਪੁੱਛੋ ਵੀ ਕਿਉਂ ਮਰਵਾਇਆ ਹੈ। ਉਦੋਂ ਫਿਰ ਮਹਾਰਾਜ ਜੀ ਨੇ, ਮਹਾਰਾਜ ਜੀ ਕਹਿੰਦੇ ਪ੍ਰਥਮ ਲਾਂਗਰੀ ਹੋ ਤੋ ਹਮਾਰਾ, ਅਕਲ ਹੀ ਸਾਹਿਬ ਸੇਵੀ ਹੈ। ਅਕਲ ਦੇਣ ਵਾਲਾ ਗੁਰੂ ਸਾਨੂੰ ਮਿਲਿਆ ਸਾਧ ਸੰਗਤ, ਜਿਹੜਾ ਸਾਰੀ ਦੁਨੀਆ ਨੂੰ ਅਕਲ ਦੇ ਰਿਹਾ। ਤੈਸੇ ਗੁਰਬਾਣੀ ਵੇਖਿਆ ਸਕਲ ਪਦਾਰਥ ਹੈ, ਸਾਰੀ ਅਕਲ ਸਾਨੂੰ ਦਿੱਤੀ ਹੈ। ਕਿਵੇਂ ਬੈਠਣਾ, ਕਿਵੇਂ ਖੜਨਾ, ਕਿਵੇਂ ਸੌਣਾ, ਕਿਵੇਂ ਬੋਲਣਾ, ਕਿਵੇਂ ਸੁਣਨਾ ਹੈ। ਸਾਧ ਸੰਗਤ ਕੀ ਖਾਣਾ, ਕੀ ਨਹੀਂ ਖਾਣਾ, ਕੀ ਗੱਲ ਕਰਨੀ ਹੈ, ਕੀ ਨਹੀਂ ਕਰਨੀ, ਸਾਰਾ ਅਕਲ ਮਹਾਰਾਜ ਜੀ ਦੇ ਰਹੇ ਨੇ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਮਹਾਰਾਜ ਕਹਿਣ ਲੱਗੇ ਪ੍ਰਥਮ ਲਾਂਗਰੀ ਹੋ ਤੋ ਹਮਾਰਾ, ਪਹਿਲਾਂ ਲਾਂਗਰੀ ਸੀ ਸਾਡਾ। ਦੇਗ ਗੁਰੂ ਕੀ ਸੇਵਾ ਕਰਾਂ, ਗੁਰੂ ਕੇ ਲੰਗਰ 'ਚ ਸੇਵਾ ਕਰਦਾ ਸੀ। ਪਰ ਬਈ ਅਕਲ ਨਾ ਲਈ ਉੱਥੇ, ਸਿੱਖਣ ਪਰਲੇ ਝਹੀਆਂ ਪਰੈਂ, ਸਿੱਖਾਂ ਦੇ ਉੱਪਰ ਝਹੀਆਂ ਲੈ ਕੇ ਭਾਵ ਗੁੱਸੇ ਵਿੱਚ ਬੋਲਦਾ। ਤੁਸੀਂ ਵਿਹਲੇ ਤੁਰੇ ਫਿਰੇ ਜਾਂਦੇ ਹੋਏ, ਕੰਮ ਨਹੀਂ ਕਰਦੇ। ਆਹ ਤੁਹਾਡਾ ਖਾਣ ਦਾ ਟਾਈਮ ਹੈ, ਇਸ ਤਰ੍ਹਾਂ ਕੌੜਾ ਬੋਲਣਾ। ਮੇਰੇ ਸਿੱਖਾਂ ਨੂੰ ਕੌੜਾ ਨਾ ਬੋਲੀਏ, ਮੈਨੂੰ ਪੁੱਤਾਂ ਤੋਂ ਵੀ ਪਿਆਰੇ ਲੱਗਦੇ ਹੈ ਮਹਾਰਾਜ ਜੀ ਨੂੰ। ਸਾਧ ਸੰਗਤ ਤੇ ਐਵੇਂ ਜਿਵੇਂ ਕੋਈ ਸਿੱਖ ਆਇਆ ਪ੍ਰਸਾਦਾ ਛਕਣ ਦੇ ਵਾਸਤੇ, ਲੇਟ ਕੇ ਤੇ ਆਇਆ, ਕਹਿੰਦਾ ਤੇਰਾ ਟਾਈਮ ਹੈ, ਇਹ ਕਿਹੜੇ ਟਾਈਮ ਤੋਂ ਆ ਗਿਆ। ਉਹਨੇ ਬੜੀਆਂ ਮਿੰਨਤਾਂ ਕਰੀਆਂ, ਮੈਨੂੰ ਪ੍ਰਸਾਦਾ ਦੇ, ਬਹੁਤ ਭੁੱਖ ਲੱਗੀ ਹੈ। ਪਰ ਕੌੜੀ ਬੋਲ ਰਿਹਾ ਹੈ, ਐਵੇਂ ਕਾਂ ਵਾਂਗੂ ਕਾਂ ਕਾਂ ਕਰੀ ਜਾ ਰਿਹਾ ਹੈ। ਉਹ ਕਹਿਣ ਲੱਗਿਆ ਭਲਿਆ ਮੈਂ ਤਾਂ ਕਾਂ ਕਾਂ ਨੂੰ ਹਾਂ, ਤੂੰ ਗੁਰੂ ਮਹਾਰਾਜ ਸੇਵਾਦਾਰ ਹੋ ਕੇ ਕਾਂ ਵਾਂਗੂ ਕਾਂ ਕਾਂ ਕਰੀ ਜਾ ਰਿਹਾ, ਮੈਂ ਕਾਂ ਕਾਂ ਤੂੰ ਹੋਵੇਂਗਾ। ਕਹਿੰਦੇ ਉਹ ਗੁਰਸਿੱਖ ਦਾ ਬਚਨ ਹੋ ਗਿਆ, ਉਹ ਨਹੀਂ ਟਲਦਾ ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਜੀ ਸਾਧੂਆਂ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਪਿਆਰੇ ਜੀ ਸਾਧੂਆਂ ਦਾ ਬੋਲ ਨਾ ਟਲੇ, ਪਿਆਰੇ ਜੀ ਸਾਧੂਆਂ ਦਾ ਬੋਲ ਨਾ ਟਲੇ। ਸਾਧੂਆਂ ਦਾ ਬੋਲ ਨਾ ਟਲੇ, ਪਿਆਰੇ ਜੀ ਸਾਧੂਆਂ ਦਾ ਬੋਲ ਨਾ ਟਲੇ। ਸਾਧੂਆਂ ਦਾ ਬੋਲ ਨਾ ਟਲੇ, ਪਿਆਰੇ ਜੀ ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ, ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ,
ਫਰਮਾਨਾ ਸੁਣੋ ਜਾਵੇ, ਸਾਧੂਆਂ ਦਾ ਬੋਲਣਾ। ਆਓ ਸਾਧ ਵਖਨ ਟਲਾਦਾ ਮਹਾਰਾਜ ਜੀ ਕਹਿਣ ਲੱਗੇ, ਭਲਿਓ ਆਪਣਾ ਸੀ ਇਹ ਤਾਂ ਹੀ ਇਹਦੇ ਮਗਰ ਤੁਰੇ ਫਿਰਦੇ ਆ। ਆਪਣਾ ਜਾਨ ਕਾਂ ਜੂਨ ਤੇ ਛੋਰਾ ਭਇਓ ਮੁਕਤ ਗਾ ਸੁਰਪਰੋਰਾ, ਸਵਰਗਾਂ ਨੂੰ ਚਲੇ ਗਿਆ, ਮੁਕਤ ਹੋ ਗਿਆ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀ ਵੀ ਇਹੋ ਜਿਹਾ ਗੁਰੂ ਫਿਰ ਕਦੋਂ ਮਿਲੂਗਾ ਆਪਾਂ ਨੂੰ, ਜਿਹੜਾ ਮਗਰ ਮਗਰ ਤੁਰਿਆ ਫਿਰ ਰਿਹਾ ਹੈ, ਜਿਹੜਾ ਪੁੱਤਰਾਂ ਤੋਂ ਵੀ ਵੱਧ ਕੇ ਪਿਆਰ ਕਰ ਰਿਹਾ ਹੈ ਸਾਧ ਸੰਗਤ। ਇਸ ਕਰਕੇ ਹੁਣ ਸਮਾਂ ਹੈ, ਭਾਈ ਗੁਰਦਾਸ ਜੀ ਕਹਿੰਦੇ ਪਾਇਆ ਮਾਨਸ ਦੇਹ ਕੋ, ਹੁਣ ਮਨੁੱਖਾ ਚੁੰਨੀ ਪ੍ਰਾਪਤ ਹੋਈ ਹੈ। ਤੁਹਾਨੂੰ ਸਿੱਖਿਆ ਨਹੀਂ ਦੇ ਰਿਹਾ, ਆਪਣੇ ਮਨ ਨੂੰ ਦੇ ਰਿਹਾ। ਸਮਾਂ ਹੈ, ਮਨਾ ਕਰ ਲੈ ਯਤਨ, ਪਾਇਆ ਮਾਨਸ ਦੇਹ ਕੋ, ਇੱਥੋਂ ਚੁੱਕਿਆ ਠੌਰ ਨਾ ਠਾਈ। ਕਲਯੁਗ ਕੇ ਉਪਕਾਰ ਸੁਣ, ਕਲਯੁਗ ਦੇ ਚੰਗੇ ਕੰਮ ਸੁਣ। ਜੈਸੇ ਵੇਦ ਅਥਰਵਣ ਗਾਈ, ਵੇਦਾਂ ਨੇ ਵੀ ਗਾਇਆ ਹੈ। ਇਹਦੇ ਵਿੱਚ ਕਲਯੁਗ ਕੀ ਹੈ? ਭਾਉ ਭਗਤ ਪ੍ਰਵਾਨ ਹੈ, ਤੇ ਪ੍ਰੇਮਾ ਭਗਤੀ ਪ੍ਰਵਾਨ ਹੈ, ਜਿਹੜੀ ਆ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਨੂੰ ਪ੍ਰਾਪਤ ਹੋਈ ਹੈ। ਭਾਉ ਭਗਤ ਪ੍ਰਵਾਨ ਹੈ। ਹੋਮ ਜਗ, ਜੋ ਜਗ ਹੋਮ ਤੇ ਪੁਰਬ ਕਮਾਈ, ਜਿਹੜੇ ਜਗ ਕਰਨੇ, ਹੋਮ ਕਰਨੇ, ਤਪ ਕਰਨੇ, ਇਹ ਪਿਛਲੇ ਯੁੱਗਾਂ ਦਾ ਧਰਮ ਹੈ, ਹੁਣ ਨਹੀਂ ਇਹ ਹੋਣੇ। ਹੁਣ ਤੇ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਜਗ ਜੀਰਨ ਸਾਧਨ ਦੂਰ ਕਰੇ। ਉਹ ਔਖੇ ਸਾਧਨ ਦੂਰ ਕਰਕੇ ਗੁਰਸਿੱਖਾ, ਨਾ ਤੇਰੇ ਕੋਲੋਂ ਤਪ ਹੋਣਾ ਹੈ, ਨਾ ਉਹ ਜੱਗ ਹੋਣੇ ਨੇ। ਹੁਣ ਤੂੰ ਦੋ ਕੰਮ ਕਰ ਲਿਆ ਕਰ, ਇੱਕ ਸੇਵਾ ਕਰ ਲਿਆ ਕਰ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਂਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਂਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਂਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਂਦਾ। ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈ। ਸੋ ਕਿੱਡੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ, ਸੌਖਾ ਸਾਧਨ ਵਾਹਿਗੁਰੂ ਮੁਖ ਤੋਂ ਕਹਿ ਲੈਣਾ ਹੈ ਸਾਧ ਸੰਗਤ। ਭਾਵੇਂ ਮਹਾਰਾਜ ਨੇ ਕਿਹਾ ਵੀ ਆਖਣ ਔਖਾ ਸਾਚਾ ਲਾਓ, ਪਰ ਸੰਗਤ 'ਚ ਆ ਕੇ ਹੌਲੀ ਹੌਲੀ ਅਵਸਥਾ ਬਣ ਜਾਂਦੀ ਹੈ। ਤੇ ਸੇਵਾ ਗੁਰ ਸੇਵਾ ਤਪਾਂ ਸਿਰ ਤਪਸਾਰ ਵਖੇ, ਤਪੇ ਬਰਖ ਇੱਕ ਦਿਨ ਕੀ ਸੇਵਾ। ਕਵੀਰਾ ਚੂੜਾਮਣੀ ਕਵੀ ਸੰਤੋ ਕਹਿੰਦੇ ਇੱਕ ਵਾਰਾ ਤਪ ਕਰਦਾ ਰਹੇ। ਰਾੜਾ ਸਾਹਿਬ ਵਾਲੇ ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਇੱਕ ਸਾਲ ਵਾਹਿਗੁਰੂ ਜੀ 12 ਸਾਲ ਗਰਮੀਆਂ ਦੇ ਦਿਨਾਂ ਵਿੱਚ ਗੁਰੂ ਕੇ ਲੰਗਰ ਵਿੱਚ ਝੋਕਾ ਲਾਉਂਦਾ ਰਹੇ। ਪਰ ਸਾਧ ਸੰਗਤ 6 ਮਹੀਨੇ ਕਿਤੇ ਗੁਰੂ ਕੇ ਲੰਗਰ ਵਿੱਚ ਝੋਕਾ ਲਾਵੇ, 12 ਵਰੇ 12 ਧੋਈਆਂ ਦੇ ਵਿਚਾਲੇ ਬੈਠ ਕੇ ਤਪ ਕਰਦਾ ਰਹੇ, ਬਰਾਬਰਤਾ ਨਹੀਂ ਕਰ ਸਕਦੀ ਹੈ। ਸਿਆਲਾਂ ਦੇ ਦਿਨਾਂ ਵਿੱਚ 12 ਵਰੇ ਠੰਡੇ ਪਾਣੀ ਵਿੱਚ ਖੜਾ ਰਹੇ। ਜਨਕ ਰਾਜੇ ਨੇ ਇਹੀ ਸ਼ਰਾਪ ਦਿੱਤਾ ਸੀ ਨਾ, ਉਹ ਫਿਰ ਜਿਹੜਾ ਮੱਛ ਬਣ ਗਿਆ ਸੀ ਵੱਡਾ, ਕਹਿੰਦੇ ਭਲੇ ਵਰਮੀ ਮਾਰੀ ਸਾਪ ਨਾ ਮੂੰਹਾ, ਇਹ ਕੀ ਫਾਇਦਾ ਹੋਇਆ, ਪਾਣੀ ਦਾ ਮੱਛ ਬਣੇਗਾ ਜਾ। ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ, 12 ਵਰੇ ਠੰਡੇ ਪਾਣੀ ਵਿੱਚ ਖੜਾ ਰਹੇ, ਤਪ ਕਰਦਾ ਰਹੇ। ਪਰ ਸਿਆਲਾਂ ਦੇ ਦਿਨਾਂ ਦੇ ਵਿੱਚ ਸਾਧ ਗੁਰੂ ਕੇ ਲੰਗਰ ਵਿੱਚ ਸੇਵਾ ਕਰ ਲਵੇ, 6 ਮਹੀਨੇ ਦੇ ਵਾਸਤੇ ਉਹਦੇ ਨਾਲੋਂ ਜ਼ਿਆਦਾ ਫਲ ਰੱਖਦਾ ਹੈ। ਤਪੇ ਬਰਖ ਇੱਕ ਦਿਨ ਕੀ ਸੇਵਾ, ਤਉ ਨਾ ਪੁਜੈ ਸੁਖ ਚਿਤ ਕਹਿ ਏਵਾ। ਕਹਿੰਦੇ ਇੱਕ ਦਿਨ ਦੀ ਸੇਵਾ ਕੀਤੀ ਗੁਰੂ ਕੀਆਂ ਸੰਗਤਾਂ ਦੀ, ਇੱਕ ਵਾਰਾ ਐਨ ਪੂਰਾ ਦੇਹ ਤੋੜ ਕੇ ਤਪ ਕਰਦਾ ਰਹੇ, ਬਰਾਬਰ ਨਹੀਂ ਪੁੱਜ ਸਕਦਾ ਉਹਦੇ ਸੇਵਾ ਦੇ ਬਰਾਬਰ ਨਹੀਂ। ਸੇਵਾ ਨੂੰ ਮਹਾਨਤਾ ਦਿੱਤੀ ਹੈ ਮਹਾਰਾਜ ਜੀ ਨੇ। ਸੋ ਭਾਈ ਸਾਹਿਬ ਜੀ ਕਹਿੰਦੇ ਭਾਉ ਭਗਤ ਪ੍ਰਵਾਨ ਹੈ, ਹੋਮ ਜਗ ਤੇ ਪੁਰਬ ਕਮਾਈ। ਉਹ ਪਿਛਲੇ ਯੁੱਗਾਂ ਦਾ ਧਰਮ ਹੈ, ਹੋਮ ਵਗੈਰਾ ਕਰਨੇ, ਹੁਣ ਨਹੀਂ। ਤੇ ਅੱਗੇ ਫਿਰ ਕਿਹਾ ਹੈ, ਕਰ ਕੈ ਨੀਚ ਸਦਾਵਣਾ, ਜਣਾਈ ਨਾ ਆਪਣੇ ਆਪ ਨੂੰ। ਆਪ ਸਕੋ ਜੋ ਜਾਣਾ ਨੀਚਾ। ਆ ਜਿਨ੍ਹਾਂ ਦਾ ਜਨਮ ਦਿਨ ਮਨਾ ਰਹੇ ਆ ਭਗਤ ਰਵਿਦਾਸ ਮਹਾਰਾਜ ਜੀ ਦਾ, ਨੀਚ ਜਾਤ ਹਰ ਜਪਤੇ ਆ, ਉਤੋਂ ਪਦਵੀ ਪਾਏ, ਉਤੋਂ ਸ੍ਰੇਸ਼ਟ ਪਦਵੀਆਂ ਪ੍ਰਾਪਤ ਕਰੀਆਂ ਸਾਧ ਸੰਗਤਾਂ। ਨੀਚੋਂ ਨੀਚ ਸਦਾਵਣਾ, ਕੀੜੀ ਹੋਏ ਨਾ ਆਪ ਜਨਾਏ। ਗੁਰਮੁਖ ਮਾਰਗ ਚੱਲਣਾ, ਇਕਤ ਖੁੱਡ ਸਾਂਸ ਸਮਾਏ। ਘਿਓ ਸ਼ੱਕਰ ਦੀ ਵਾਸ ਲੈ, ਜਿੱਥੇ ਧਰੀ ਤਿੱਥੇ ਚਲ ਜਾਏ। ਡੁੱਲੀ ਖੰਡ ਜੋ ਰੇਤ ਵਿੱਚ, ਕੀੜੀ ਚੁਗਦੀ ਹੈ ਖੰਡੂ ਦਾਣਾ ਚੁਣ ਚੁਣ ਖਾਏ।
ਇਸ ਕਰਕੇ ਨੀਚੋਂ ਨੀਚ ਸਦਾ ਬਣਾ, ਆਪਣੇ ਆਪ ਨੂੰ ਜਣਾਈ ਨਾ ਕੁਛ, ਆਪਣੇ ਆਪ ਨੂੰ ਨੀਵਾ ਜਣਾਉਣਾ ਕਰੀ। ਤਾਂ ਪ੍ਰਭ ਲੇਖੇ ਅੰਦਰ ਪਾਈ, ਫਿਰ ਕੁਝ ਲੇਖੇ ਵਿੱਚ ਪੈਂਦਾ ਹੈ। ਸੋ ਆਓ ਸਾਧ ਸੰਗਤ, ਮਨੁੱਖਾ ਜਨ ਬੜਾ ਮੋਲਕ ਪ੍ਰਾਪਤ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਵਿੱਚ ਪਹੁੰਚੇ ਸੀ। ਦੁਨੀ ਚੰਦ ਬੇਨਤੀ ਕਰਕੇ ਘਰੇ ਲੈ ਗਿਆ। ਜਗ ਹੋ ਰਿਹਾ ਹੈ, ਬ੍ਰਹਮ ਭੋਜ ਹੋ ਰਿਹਾ ਹੈ, ਪਿਤਾ ਦੀ ਬਰਸੀਣੀ। ਮਹਾਰਾਜ ਜੀ ਨੇ ਦੱਸਿਆ, ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂ ਵੀ ਪਿਤਾ ਦੀ ਬਰਸੀ ਹਾਂ ਪਹੁੰਚ ਗਿਆ। ਕਹਿੰਦਾ ਹਾਂ ਮਹਾਰਾਜ ਜੀ। ਮਹਾਰਾਜ ਜੀ ਕਹਿੰਦੇ ਕਿੱਥੇ ਭੁੱਲਿਆ ਫਿਰਦਾ, 7 ਦਿਨਾਂ ਦਾ ਭੁੱਖਾ ਬਘਿਆੜ ਦੀ ਜੁਨੀ ਜੰਗਲ 'ਚ ਬੈਠਾ। ਕਹਿੰਦਾ ਮਹਾਰਾਜ ਇਹ ਨਹੀਂ ਹੋ ਸਕਦਾ, ਮੇਰਾ ਬਾਪੂ ਬੜਾ ਧਰਮਾਤਮਾ ਸੀ, ਗੁਰਸਿੱਖਾ ਖੁੰਝ ਨਾ ਜਾਈ। ਇੱਥੋਂ ਛੁੱਟ ਕੇ 18 ਨਾ 28 ਮਰਨ ਵੇਲੇ ਹੀ ਖੁੰਝ ਗਿਆ ਥੋੜ੍ਹਾ ਜਿਹਾ। ਦੱਸਿਆ ਉਹਦੇ ਬਾਪੂ ਨੇ, ਸਾਧ ਸੰਗਤ ਜਦੋਂ ਗਿਆ ਨਾ, ਬਘਿਆੜ ਸਹੀ ਸੱਚੀ ਮੁੱਚੀ ਬਘਿਆੜ, ਦੇਵਤਾ ਜੁਨੀ ਪ੍ਰਾਪਤ ਹੋਈ। ਪੁੱਛਿਆ, ਦੱਸਿਆ ਉਹਨੇ। ਕਹਿੰਦਾ ਪੁੱਤ ਮੈਂ ਸਾਰੀ ਉਮਰ ਮਾੜਾ ਕੰਮ ਨਹੀਂ ਕਰਿਆ, ਧਰਮਾਤਮਾ ਖਿਆਲਾਂ ਵਾਲਾ। ਫਿਰ ਬਾਪੂ ਬਘਿਆੜ ਕਿਵੇਂ ਬਣ ਗਿਆ? ਕਹਿੰਦਾ ਗੁਆਂਢ 'ਚ ਮਾਸ ਰਿੰਨਿਆ ਜਾ ਰਿਹਾ ਸੀ, ਨੱਕ ਦੁਆਰਾ ਗੰਧ ਅੰਦਰ ਚਲੀ ਗਈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਹੜੀ ਵਾਸਨਾ ਪੈਦਾ ਹੋਗੀ, ਜਿਹੋ ਜੀ ਸੰਗਤ ਕਰਾਂਗੇ ਉਹ ਜੀ ਵਾਸਨਾ ਪੈਦਾ ਹੋਵੇਗੀ। ਭਗਤ ਤਰਲੋਚਨ ਜੀ ਦਾ ਸ਼ਬਦ ਪੜ੍ਹਿਆ ਕਰੀਏ ਸਾਧ ਸੰਗਤ, ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਤੋ ਕਹਿਣ ਲੱਗਿਆ ਨੱਕ ਦੁਆਰਾ ਗੰਧ ਅੰਦਰ ਚਲੀ ਗਈ, ਖਿਆਲ ਪੈਦਾ ਸਾਰੀ ਉਮਰ ਦਾਲ ਰੋਟੀਆਂ ਖਾਧੀਆਂ, ਮਾਸ ਖਾ ਕੇ ਨਾ ਦੇਖ ਲਿਆ, ਜਾਨੂੰ ਪ੍ਰਾਣ ਨਿਕਲ ਗਏ। ਬਘਿਆੜ ਦੀ ਜੂਨੀ ਲੈ ਹੁਣ ਮਾਸ ਖਾਈ ਚੱਲ ਪੁੱਤ, ਮਾਸ ਖਾਂਦਾ ਆ ਰਿਹਾ ਹਾਂ, ਪਰ ਜਾ ਲਾਹਾ ਲੈ ਲੈ, ਤੇਰੇ ਘਰ ਦੇ ਵਿੱਚ ਰੱਬ ਆਇਆ ਹੈ, ਗੁਰੂ ਨਾਨਕ ਦੇਵ ਜੀ ਆਏ ਨੇ, ਜਾ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਲੈ। ਭੱਜਿਆ ਆਇਆ, ਚਰਨਾਂ 'ਤੇ ਗਿਰਿਆ, ਕਿਰਪਾ ਕਰੋ ਮਹਾਰਾਜ ਮੇਰਾ ਭਲਾ ਕਰੋ, ਪਰਉਪਕਾਰ ਕਰੋ ਮਹਾਰਾਜ, ਮੇਰਾ ਜਨਮ ਮਰਨ ਕੱਟ ਦਿਓ। ਉਸ ਸਮੇਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਅਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਕਿਹਾ ਸੀ ਪ੍ਰਤਾਪ ਸਿੰਘ ਕੈਰੋਂ ਨੂੰ, ਕਹਿੰਦਾ ਮਹਾਰਾਜ ਮੇਰਾ ਭਲਾ ਕਰ ਦਿਓ। ਕਹਿੰਦੇ ਸਰਦਾਰਾ ਕਿਰਪਾ ਤੇ ਮਹਾਰਾਜ ਨੇ ਕਰੀਏ, ਮਨੁੱਖਾ ਜੁਨੀ ਵੀ ਮਿਲੀ ਹੈ, ਦੇਵਤਾ ਲੋਕ ਤਰਸਦੇ ਨੇ। ਫਿਰ ਪੰਜਾਬ ਦੀ ਧਰਤੀ, ਗੁਰੂ ਪੀਰਾਂ ਦੀ ਧਰਤੀ, ਫਿਰ ਸਿੱਖਾਂ ਦੇ ਘਰ ਦੇ ਵਿੱਚ ਜਨਮ ਹੋ ਜਾਣਾ, ਫਿਰ ਤੈਨੂੰ ਮਨਿਸਟਰੀ ਮਿਲ ਜਾਣੀ। ਅੱਗੇ ਹੁਣ ਤੇਰੇ ਆਪਣੇ ਹੱਥ ਵਿੱਚ ਹੈ, ਜਿਹੋ ਜਿਹਾ ਬੀਜ ਲੇਗਾ ਉਹ ਜਿਹਾ ਵੱਢ ਲੇਗਾ, ਉਹ ਜਿਹਾ ਪ੍ਰਾਪਤ ਹੋ ਜਾਊਗਾ। ਜ਼ਿੰਦਗੀ ਲੇਖੇ ਵਿੱਚ ਲਾ, ਪਬਲਿਕ ਦੀ ਸੇਵਾ ਕਰਨੀ ਕਰ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਲਿਆ ਆ ਜਿਹੜੀ ਇੰਨੀ ਮਾਇਆ ਜੋੜੀ ਬੈਠੇ, ਮਹਾਰਾਜ ਦੱਸੋ ਕਿਵੇਂ ਨਾਲ ਚਲੀ ਜਾਵੇ। ਸਭ ਤਲਾਕ ਤਾਂ ਸੰਚਿਓ ਦਰਬਾ। ਮਹਾਰਾਜ ਜੀ ਕਹਿੰਦੇ ਇੱਦਾਂ ਕਰ, ਸੇਵਾ ਹੀ ਹੈ, ਅੰਮ੍ਰਿਤ ਸੂਚੀ ਰੱਖੋ ਸੰਭਾਰੀ, ਲੇਵੇਂਗੇ ਪਰਲੋਕ ਮਝਾਰੀ। ਆ ਸਾਡੀ ਸੂਈ ਸੰਭਾਲ ਕੇ ਰੱਖੀ ਕੋਲੇ, ਇਹ ਸੇਵਾ ਹੈ। ਅੱਗੇ ਲਵਾਂਗੇ ਪਰਲੋਕ ਵਿੱਚ ਜਾ ਕੇ, ਸੂਈ ਸਾਡੀ ਰੱਖੀ ਸਾਂਭ ਕੇ। ਅੱਗੇ ਲਵਾਂਗੇ ਪਰਲੋਕ ਵਿੱਚ ਜਾ ਕੇ, ਸੂਈ ਸਾਡੀ ਰੱਖੀ ਸਾਂਭ ਕੇ। ਲਵਾਂਗੇ ਪਰਲੋਕ ਵਿੱਚ ਜਾ ਕੇ, ਸੂਈ ਸਾਡੀ ਰੱਖੀ ਸਾਂਭ ਕੇ। ਅੱਗੇ ਲਵਾਂਗੇ ਪਰਲੋਕ ਵਿੱਚ ਜਾ ਕੇ, ਸੂਈ ਸਾਡੀ ਰੱਖੀ ਸਾਂਭ ਕੇ। ਜਾ ਕੇ ਸੂਈ ਸਾਡੀ ਰੱਖੀ ਸਾਂਭ ਕੇ। ਅੱਗੇ ਲਵਾਂਗੇ ਪਰਲੋਕ ਵਿੱਚ ਜਾ ਕੇ, ਸੂਈ ਸਾਡੀ ਰੱਖੀ ਸਾਂਭ ਕੇ। ਅੰਮ੍ਰਿਤ ਸੂਚੀ ਰੱਖੋ ਸੰਭਾਰੀ, ਲੇਵੇਂਗੇ ਪਰਲੋਕ ਮਝਾਰੀ। ਪਰਲੋਕ 'ਚ ਲਵਾਂਗੇ। ਤੇ ਘਰ ਵਾਲੀ ਨੂੰ ਸੂਈ ਦਿੱਤੀ, ਮਹਾਰਾਜ ਨੂੰ ਵਿਦਾ ਕਰਕੇ ਆਇਆ, ਸੰਭਾਲ ਕੇ ਰੱਖੀ। ਕਹਿੰਦੀ ਕੀ ਕਰਨੀ ਹੈ? ਗੁਰੂ ਨਾਨਕ ਦੇਵ ਜੀ ਦੀ ਹੈ। ਫਿਰ ਆਉਣਗੇ, ਨਹੀਂ ਆਉਣਾ ਤਾਂ ਨਹੀਂ, ਪਰਲੋਕ 'ਚ ਦੇਣੀ ਹੈ। ਕਹਿੰਦੀ ਭਲਿਆ ਤਰਜੇ ਤੇਰਾ ਬੇੜਾ, ਨਿਤ ਸੰਗੀ ਜੋ ਦੇ ਵਿਚਾਰੀ। ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਬੱਚੇ ਤੋਂ ਸਿੱਖਿਆ ਲੈ ਲਓ, ਬੱਚੇ ਤੋਂ ਵੀ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਘਰ ਵਾਲੀ ਕਹਿ ਰਹੀ ਹੈ, ਸਤਸੰਗ ਕਰਨ ਵਾਲੀ ਸੀ, ਨਿਤ ਸੰਗੀ ਜੋ ਦੇ ਵਿਚਾਰੀ, ਸੋ ਪੀ ਸੰਗ ਨਾ ਜਾਏ ਗਾਰੀ। ਤੁਮ ਸੂਈ ਕੈਸੇ ਲੈ ਜਾਵੋ, ਗੁਰ ਤੇ ਬੇਮੁਖ ਹੋਏ ਕਹਾਵੋ। ਭੱਜਿਆ ਗਿਆ, ਚਰਨਾਂ ਤੇ ਗਿਰਿਆ, ਮਹਾਰਾਜ ਸੂਈ ਨਹੀਂ ਜਾਣੀ। ਮਹਾਰਾਜ ਜੀ ਕਹਿੰਦੇ ਸੂਈ ਤਾਂ ਜਾਣੀ ਨਹੀਂ, ਸਭ ਤਲਾਕ ਤਾਂ ਸਰਬ ਸੰਚਿਓ ਦਰਬਾ, ਸੋ ਕੈਸੇ ਲੈ ਜਾਵੇ ਸਰਬਾ। ਆ 7 ਲੱਖ ਰੁਪਈਆ ਜਿਹੜਾ ਇਕੱਠਾ ਕਰਕੇ ਰੱਖੀ ਬੈਠਾ, ਉਹ ਕਿਵੇਂ ਲੈ ਕੇ ਜਾਵੇਗਾ? ਧਨ ਕੋ ਸੰਚ ਕਰੇ ਕਰ ਕਲਮਲ, ਬੋਲੇ ਕੂੜ ਕਰੇ ਬਹੁ ਛਲਬਲ।
ਸੰਚਤ ਸੰਚਤ ਔਧ ਵਿਹਾਈ, ਪਰੇ ਰਹਿਓ ਤਨ ਮਿਰਤ ਸੋ ਆਈ। ਸਰਿਓ ਦਰਬ ਤੇ ਕੌਨੇ ਕਾਜਾ ਕਾਮਾ, ਬਿਨਾ ਪੁੰਨ ਤੇ ਜਮ ਕੋ ਧਾਮਾ। ਜਮ ਦਾ ਘਰ ਬਣ ਗਿਆ ਬਗੈਰ ਚੰਗੇ ਪਾਸੇ ਲਾਏ ਤੋਂ। ਕਹਿੰਦਾ ਮਹਾਰਾਜ ਕੋਈ ਦੱਸੋ ਜੁਗਤੀ। ਉਦੋਂ ਫਿਰ ਮਹਾਰਾਜ ਜੀ ਨੇ ਬਚਨ ਕਰਿਆ ਸੀ। ਮਹਾਰਾਜ ਜੀ ਕਹਿਣ ਲੱਗੇ, ਗੁਰੂ ਕਹਿਆ ਸੁਨੋ ਦੇ ਚੀਤਾ, ਇਸ ਪ੍ਰਾਨੀ ਕੇ ਤੀਨੋਂ ਮੀਤਾ। ਤਿੰਨ ਮਿੱਤਰ ਨੇ, ਉਹ ਕਿਹੜੇ ਨੇ? ਦਰਬ, ਪਰਿਵਾਰ, ਕਰਮ ਲਖ ਲੀਜੈ। ਇੱਕ ਤਾਂ ਹੈ ਮਾਇਆ, ਇੱਕ ਦੂਜਾ ਹੈ ਪਰਿਵਾਰ, ਤੀਜੇ ਕਰਮ ਨੇ। ਜਸ ਸੰਗੀ ਤਸ ਦਸਾ ਸਨੀਜੈ। ਜਿਹੋ ਜਿਹੀ ਇਹਨਾਂ ਦੀ ਮਿੱਤਰਤਾ ਜਿੱਥੋਂ ਤੱਕ ਪਹੁੰਚ ਹੁੰਦੀ ਹੈ, ਕੋਈ ਮਿੱਤਰ ਨੇੜੇ ਤੱਕ ਹੁੰਦਾ, ਕੋਈ ਦੂਰ ਤੱਕ ਪਹੁੰਚਾ ਦਿੰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਸਭ ਤੋਂ ਪਹਿਲਾਂ ਹੈ ਮਾਇਆ ਦੀ ਮਿੱਤਰਤਾ। ਜਬ ਲਗ ਪ੍ਰਾਣ ਆਹੈ ਤਨ ਮਾਹੀ, ਤਬ ਲਗ ਧਨ ਵਿਤ ਬਹੁਰੋ ਨਾਹੀ। ਜਿੰਨੀ ਦੇਰ ਤੱਕ ਸਰੀਰ 'ਚ ਪ੍ਰਾਣ ਚੱਲਦੇ ਨੇ ਧਨ ਦੀ ਮਿੱਤਰਤਾ ਹੈ। ਉਦੋਂ ਬਾਅਦ ਲੇਤ ਸੰਭਾਰ ਅਵਰ ਜੀ ਜਾ ਕੋ, ਬਹੁ ਕਲਮ ਲਕੀਏ ਹਿਤ ਜਾ ਕੋ। ਇਹ ਹੋਰਾਂ ਨੇ ਸੰਭਾਲ ਲੈਣੀ ਹੈ, ਪ੍ਰਾਣ ਨਿਕਲਦੀ ਦੇਰੀ ਹੈ। ਦੂਸਰੇ ਤਨ ਕੇ ਦਾਹ ਤੀਕ ਪਰਿਵਾਰਾ, ਪੁਨ ਤ੍ਰਿਣ ਤੋਰੈ ਆਏ ਅਗਾਰਾ। ਸਰੀਰ ਦਾ ਦਾਹ ਸੰਸਕਾਰ ਕਰਨ ਤੱਕ ਪਰਿਵਾਰ ਦੀ ਮਿੱਤਰਤਾ ਹੈ। ਉਦੋਂ ਬਾਅਦ ਤ੍ਰਿਣ ਕਹਿੰਦੇ ਨੇ ਡੱਕਾ ਡੱਕਾ ਤੋੜ ਕੇ ਘਰਾਂ ਨੂੰ ਮੁੜ ਆਏ। ਅੰਦਰੋਂ ਆਵਾਜ਼ ਆਉਂਦੀ ਹੈ, ਤੇਰੀ ਸਾਡੀ ਟੁੱਟੀ ਅੱਜ ਤੋਂ ਬਾਅਦ ਨਾ ਦਿਖਾਈ ਦੇਈ। ਤਨ ਕੇ ਦਾਹ ਤੀਕ ਪਰਿਵਾਰਾ, ਪੁਨ ਤ੍ਰਿਣ ਤੋਰੈ ਆਏ ਅਗਾਰਾ। ਅੱਗੇ ਹੋਤ ਨਾ ਸੰਗ ਸਹਾਈ, ਕੋਈ ਨਾ ਬੋੜਿਆ, ਜਿਨ ਸੋ ਮਿਲ ਕਰ ਔਧ ਬਤਾਈ। ਦੁਨੀ ਚੰਦਾ ਤੀਜੇ ਮੀਤ ਕਰਮ ਇਸ ਘੇਰੇ। ਤੀਜੇ ਮਿੱਤਰ ਕਰਮ ਹਨ, ਜੋ ਨਿਤ ਸੰਗੀ। ਇੱਥੇ ਵੀ ਸੰਗੀ ਨੇ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਜਨਮ ਜੀਵਨ ਅੰਤ ਕਾਲ ਕੇ ਸੰਗਾਤੀ ਰਾਚੋ, ਸਫਲ ਜਨਮ ਜਗ ਤਬ ਹੀ ਤੇ ਆਇਆ। ਜਿਹੜਾ ਜਨਮ ਦੇ ਸਮੇਂ ਵੀ ਸਹਾਈ ਹੋਵੇ, ਸੰਸਾਰ ਵਿੱਚ ਵਿਚਰਦਾ ਹੋਵੇ ਉਦੋਂ ਵੀ ਸਹਾਈ ਹੋਵੇ, ਜਦੋਂ ਤੂੰ ਜਾਵੇ ਇੱਥੋਂ ਉਦੋਂ ਅੱਗੇ ਖੜਾ ਹੋਵੇ। ਉਹ ਕੌਣ ਹੈ? ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਤੀਜੇ ਮੀਤ ਕਰਮ ਇਸ ਘੇਰੇ, ਜੋ ਨਿਤ ਸੰਗੀ ਜਾਏ ਅਗੇਰੇ। ਤੇ ਮਹਾਰਾਜ ਜੀ ਕਹਿੰਦੇ, ਬੁਰੇ ਕੇ ਭਲੇ ਕਰੇ ਹੈ ਜੈਸੇ। ਚਾਹੇ ਬੁਰੇ ਕਰੇ ਨੇ ਕਰਮ, ਚਾਹੇ ਭਲੇ ਕਰੇ ਨੇ, ਇਹ ਆਪਣੇ ਇਖਤਿਆਰ ਹੈ। ਜਿਹੋ ਜਿਹੇ ਮਰਜ਼ੀ ਕਰ ਲਈਏ। ਤਸ ਫਲ ਦੇਵੈ ਹਟੇ ਨਾ ਕੈਸੇ। ਉਹ ਜਿਹਾ ਫਲ ਉਹਨਾਂ ਨੇ ਦੇਣਾ ਹੀ ਦੇਣਾ, ਕਦੇ ਵੀ ਹਟਣਾ ਨਹੀਂ ਹੈ। ਤਾਂ ਤੇ ਹਿਰਦੇ ਵਿਚਾਰ ਕਰੀਜੈ, ਹੇ ਦੁਨੀ ਚੰਦ ਜੀ, ਹੇ ਮਨਾ ਮੇਰਿਆ। ਹੁਣ ਹਿਰਦੇ 'ਚ ਵਿਚਾਰ ਕਰ ਲੈ, ਹੁਣ ਸਮਾਂ ਹੈ। ਫੇਰ ਨਹੀਂ ਸਮਾਂ ਤੋਂ ਲੰਘ ਗਿਆ, ਫਿਰ ਮੁਸ਼ਕਿਲ ਹੋ ਜੂ। ਚਾਰ ਪਾਪ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਹੁਣ ਸਮਾਂ ਹੈ। ਸੋ ਮਹਾਰਾਜ ਜੀ ਕਹਿੰਦੇ, ਤਾਂ ਤੇ ਹਿਰਦੇ ਵਿਚਾਰ ਕਰੀਜੈ। ਉੱਥੇ ਉਹਨਾਂ ਨੇ ਲਿਖਿਆ, ਦਰਬ ਭਲੇ ਕਰਮਨ ਮੈਂ ਲੀਜੈ। ਮੈਂ, ਕਿਉਂਕਿ ਗੁਰਬਾਣੀ ਦੀ ਆਪਾਂ ਲਾ ਨਹੀਂ ਬਦਲੀ ਕਰ ਸਕਦੇ, ਪਰ ਮੈਂ ਇੱਥੇ ਬੇਨਤੀ ਨਾਲ ਕਰ ਦੇਣਾ ਨਾ, ਤਾਂ ਤੇ ਹਿਰਦੇ ਵਿਚਾਰ ਕਰੀਜੈ, ਸਵਾਸ ਭਲੇ ਕਰਮਨ ਮੈਂ ਲੀਜੈ। ਇਹ ਜਿਹੜੇ ਸਵਾਸ ਨੇ ਚੰਗੇ ਕਰਮਾਂ 'ਚ ਦਈਏ। ਚੰਗੇ ਕਰਮਾਂ 'ਚੋਂ ਚੰਗਾ ਕਰਮ ਕਿਹੜਾ ਹੈ? ਸਾਧ ਸੰਗਤ, ਉਹ ਹੈ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਤੋਂ ਨਿਰਮਲ ਪਵਿੱਤਰ ਮੈਲ ਤੋਂ ਰਹਿਤ ਕਰਮ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਜਿਹੜੇ ਨਾਮ ਨੂੰ ਜਪ ਕਰਕੇ ਅੱਜ ਸਾਧ ਸੰਗਤ ਜਗ੍ਹਾ ਜਗ੍ਹਾ ਨਗਰ ਕੀਰਤਨ ਕੱਢੇ ਜਾ ਰਹੇ ਨੇ। ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਆਚਾਰ ਸਹਿਤ ਵਿਪਰ ਕਰੇ ਡੰਡੌਤ, ਤਿੰਨ ਤਨੈ ਰਵਿਦਾਸ ਦਾਸਾ ਦਾਸਾ। ਤੋ ਅੱਜ ਸਾਧ ਸੰਗਤ ਡੰਡੌਤਾਂ ਹੋ ਰਹੀਆਂ ਨੇ, ਕਾਹਦੀ ਵਡਿਆਈ ਨਾਮ ਦੀ ਹੈ। ਸੋ ਆਓ ਮਨੁੱਖਾ ਦਿਨ ਬੜਾ ਮੋਲਕ ਪ੍ਰਾਪਤ ਹੋਇਆ ਹੈ। ਸਤਸੰਗ ਕਰਦੇ ਜਾਈਏ, ਕਰਦੇ ਜਾਈਏ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧਪ ਮਖੀਰਾ। ਸੰਗਤ ਵਿੱਚੋਂ ਨਾਮ ਦੀ ਪ੍ਰਾਪਤੀ ਹੋਣੀ ਹੀ ਹੋਣੀ ਹੈ। ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਅਗਲੇ ਸਾਲ। ਮਹਾਂਪੁਰਖ ਕਹਿੰਦੇ ਨੇ ਅਗਲੇ ਸਾਲ ਨਹੀਂ, ਕੋਈ ਗੱਲ ਨਹੀਂ, ਅਗਲੇ ਜਨਮ ਵਿੱਚ ਇਹ ਪੜ੍ਹਾਈ ਇੱਥੋਂ ਸ਼ੁਰੂ ਹੋ ਜਾਣੀ ਹੈ। ਚੱਲਦੇ ਚੱਲਦੇ ਕਿਤੇ ਆਵੇਗਾ ਜੀ ਅਸਲ ਟਿਕਾਣਾ। ਦਿਨ ਰਾਤ ਰਹੀਏ ਚੱਲਦੇ, ਸਮਾਂ ਹੋ ਗਿਆ ਹੈ। ਤੇ ਸਾਧ ਸੰਗਤ ਜਿਵੇਂ ਸਮਾਂ ਹੁਣ ਸ਼ੁਰੂ ਕਰਿਆ ਸੀ, 7:30 ਤੋਂ ਪਹਿਲਾਂ ਹੀ ਸ਼ੁਰੂ ਕਰਿਆ ਸੀ, 8:45 ਵੱਜ ਗਏ। ਕੀ ਪਤਾ, ਮੈਂ ਆਪ ਨੂੰ ਹੀ ਬੇਨਤੀ ਕਰ ਰਿਹਾ ਹਾਂ, ਸਾਧ ਸੰਗਤ ਆਪਣੇ ਮਨ ਨੂੰ ਕਹਿ ਰਿਹਾ, ਕੀ ਪਤਾ ਧਰਮਰਾਜ ਜੀ ਨੇ ਕਦੋਂ ਕਹਿ ਦੇਣਾ ਵੀ ਸਮਾਂ ਹੋ ਗਿਆ, ਚੱਲ ਬਈ ਸਮੇਟ ਹੁਣ ਤੋਂ ਤੁਰਨਾ ਕਰ। ਤੇ ਫਿਰ ਸਾਧ ਸੰਗਤ ਨਹੀਂ ਮਿਲਣਾ ਸਮਾਂ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਾਰੀ ਇੱਕ ਸਮੇਂ ਖਿਸਕਾਈ ਕੰਨੀ। ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਕਿਵੇਂ ਨਾ ਸੱਕੀ ਰੋਕ, ਦੁਨੀਆ ਨੂੰ ਰੋਕ ਪਾ ਲਵਾਂਗੇ, ਇਹਨੂੰ ਰੋਕ ਨਹੀਂ ਪੈਣੀ। ਕਿਵੇਂ ਨਾ ਸੱਕੀ ਰੋਕ, ਅਟਕ ਜੋ ਪਾਈ ਭੰਨੀ। ਅੱਗੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਹੁਣ ਸਮਾਂ ਹੈ ਸੰਭਾਲ ਲੈ। ਕਰ ਸਫਲ ਅਡੰਦਾ ਜਾਮਦਾ, ਇਹ ਠਹਿਰ ਨ ਜਾਂਚ ਨਾ ਜਾਣਦਾ। ਲੰਘ ਗਿਆ ਨਾ ਮੁੜ ਕੇ ਆਉਂਦਾ।
ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਪੇੜਾ, ਇਹਨੂੰ ਸਫਲਾ ਕਰੀਏ। ਮਨੁੱਖਾ ਜਨਮ ਵਿੱਚ ਸਫਲਾ ਹੋਣਾ ਸਤਸੰਗ ਕਰਕੇ। ਨਾਮ ਜਪੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਗੁਰੂ ਮਹਾਰਾਜ ਦਿੱਤੇ ਪਤੇ ਧਾਰਨੀ ਹੋ ਕਰਕੇ ਸਾਧ ਸੰਗਤ ਲਾਹਾ ਪ੍ਰਾਪਤ ਕਰੀਏ। ਬਹੁਤ ਭੁੱਲਾਂ ਹੋਈਆਂ ਨੇ ਮੇਰੀਆਂ ਆਪਣੀਆਂ ਨੇ, ਹੱਥ ਜੋੜ ਕਰਕੇ ਖਿਮਾ ਮੰਗ ਰਿਹਾ। ਆਪ ਸੰਗਤ ਦੀਆਂ ਅਸੀਸਾਂ ਬੋਲਣ ਦੀ ਮੱਤ ਆਵੇ। ਔਰ ਜੋ ਬੋਲ ਰਹੇ ਹਾਂ ਕਿਤੇ ਬੋਲ ਕੇ ਸੁਣਾਉਣ ਜੋਗੇ ਨਾ ਰਹਿ ਜਾਈਏ। ਮਹਾਰਾਜ ਜੀ ਸਾਡੇ ਬੋਲਣ ਵਾਲਿਆਂ ਦੇ ਹਿਰਦੇ 'ਚ ਵਸਾ ਦਿਓ, ਕਿਰਪਾ ਕਰ ਦਿਓ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ। ਕੋਟਾਨ ਕੋਟ ਧੰਨਵਾਦ ਸਤਿਗੁਰੂ ਮਹਾਰਾਜ ਜੀ, ਮਹਾਂਪੁਰਖਾਂ, ਪ੍ਰਬੰਧਕ ਜਨਾਂ ਦਾ, ਸਮੂਹ ਸੰਗਤਾਂ ਦਾ। ਸਾਰੇ ਸਾਧ ਆਉਣ ਵਾਲਾ ਜੋ ਸਮਾਪਤੀ ਦਾ ਸ਼ਬਦ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।